ਤਖਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦਾ ਸਾਡਾ ਸ਼ੋਅ ਦਾ ਜਿਹੜਾ ਮੰਤਵ ਆ ਉਹ ਇਹ ਹੈ ਕਿ ਅਕਾਲ ਅਕੈਡਮੀ ਯੂਨੀਵਰਸਿਟੀ ਤੋਂ ਰਵਿੰਦਰਪਾਲ ਸਿੰਘ ਜੀ ਪੂਰੇ 4 ਮਹੀਨੇ ਬਾਅਦ ਸਾਡੇ ਨਾਲ ਦੁਬਾਰਾ ਰੂਬਰੂ ਹੋ ਰਹੇ ਨੇ। ਬਹੁਤ ਸਵਾਗਤ ਹੈ ਰਵਿੰਦਰ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੁਝ ਉਹਨਾਂ ਮੁੱਦਿਆਂ ਬਾਰੇ ਜਿਹੜੇ 4 ਮਹੀਨੇ ਪਹਿਲਾਂ ਸਾਡੇ ਨਾਲ ਜੁੜੇ ਸੀਗੇ। ਇੱਥੇ ਅਕਾਲ ਅਕੈਡਮੀ ਯੂਨੀਵਰਸਿਟੀ ਦੀ ਜਿਹੜੀ ਬਿਲਡਿੰਗ ਵਾਸਤੇ ਸਾਰੇ ਲੋਕਾਂ ਨੇ ਮੋਹ ਪਿਆਰ ਆਪਣਾ ਵਿਖਾਇਆ ਸੀ ਅਤੇ ਉਸ ਦੇ ਨਾਲ ਅੱਜ ਕਿੱਥੇ ਪਹੁੰਚ ਗਏ ਹਾਂ ਅਸੀਂ ਉਸ ਜਿਹੜੇ ਪੂਰੇ ਸਟੈਪ ਦੇ ਵਿੱਚ। ਬਹੁਤ ਸਹੀ ਕਿਹਾ ਵੀਰ ਜੀ ਤੁਸੀਂ। 30 ਮਈ 2014 ਨੂੰ ਅਸੀਂ ਕੈਲਗਰੀ ਦੇ ਸੰਗਤਾਂ ਦੇ ਦਰਸ਼ਨ ਲਈ ਆਏ ਸੀ। ਬਾਬਾ ਇਕਬਾਲ ਸਿੰਘ ਜੀ, ਡਾਕਟਰ ਖੇਮ ਸਿੰਘ ਜੀ ਨਾਲ ਆਏ ਸਨ। ਇੱਕ ਫੰਡ ਰੇਜ਼ਿੰਗ ਡਿਨਰ ਕੀਤਾ ਸੀ ਸ਼ਾਮ ਨੂੰ, ਔਰ ਸ਼ਾਇਦ ਪੂਰੇ ਨਾਰਥ ਅਮਰੀਕਾ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਿਆਰ ਅਤੇ ਸਪੋਰਟ ਜਿਹੜੀ ਹੈ ਉਹ ਸਾਨੂੰ ਕੈਲਗਰੀ ਦੀ ਸੰਗਤ ਤੋਂ ਮਿਲਿਆ ਸੀ। ਅਤੇ ਹੁਣ ਵੀ ਮੈਂ ਅਮਰੀਕਾ ਦੇ ਟੂਰ 'ਤੇ ਸੀ। ਬਾਬਾ ਜੀ ਦਾ ਸਪੈਸ਼ਲ ਮੈਸੇਜ ਆਇਆ ਕਿ ਇੱਕ ਦਿਨ ਲਈ ਕੈਲਗਰੀ ਜਾ ਕੇ ਸੰਗਤ ਨੂੰ ਧੰਨਵਾਦ ਕਰਕੇ ਅਤੇ ਉਹਨਾਂ ਨੂੰ ਅਪਡੇਟ ਦਿਓ ਕਿ ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚੌਥਾ ਬਚਨ, ਜੋ ਸਾਡਾ ਵੀ ਸੁਪਨਾ ਹੈਗਾ ਕਿ ਪੂਰਾ ਹੋਵੇ, ਉਹ ਕਿਸ ਲੈਵਲ 'ਤੇ ਪਹੁੰਚ ਗਿਆ। ਹੁਣ ਸੁਪਨਾ ਸਾਕਾਰ ਹੋਣ ਨੂੰ ਕੁਝ ਹੀ ਦਿਨ ਰਹਿ ਗਏ ਨੇ। ਅਤੇ ਉਸ ਕਰਕੇ ਮੈਂ ਖਾਸ ਕੈਲਗਰੀ ਦੇ ਸੰਗਤ ਦੇ ਦਰਸ਼ਨ ਕਰਨ ਲਈ ਆਇਆ ਵਾਂ, ਔਰ ਇਹ ਦੱਸਣ ਲਈ ਆਇਆ ਵਾਂ ਕਿ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹ ਪਹਿਲਾ ਚਰਨ ਜੋ ਹੈ ਉਹ ਕੰਪਲੀਟ ਹੋ ਚੁੱਕਿਆ ਹੈ ਇਨ ਆਲ ਰਿਸਪੈਕਟਸ। ਬਿਲਡਿੰਗ, ਇਨਫਰਾਸਟਰਕਚਰ, ਸਪੋਰਟਿੰਗ ਇਨਫਰਾਸਟਰਕਚਰ, ਫਰਨੀਚਰ, ਫਰਨਿਸ਼ਿੰਗ, ਹਰ ਚੀਜ਼ ਤਿਆਰ ਹੋ ਚੁੱਕੀ ਹੈ। ਗੌਰਮੈਂਟ ਨੂੰ ਇੰਸਪੈਕਸ਼ਨ ਵਾਸਤੇ ਆਫਰ ਕਰ ਦਿੱਤੀ ਸੀ ਅਸੀਂ। 19 ਸੈਪਟੰਬਰ ਨੂੰ ਇੰਸਪੈਕਸ਼ਨ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਕਤੂਬਰ ਦੇ ਵਿੱਚ ਪੰਜਾਬ ਸਟੇਟ ਦੀ ਅਸੈਂਬਲੀ ਦਾ ਸੈਸ਼ਨ ਹੋਏਗਾ, ਉਸ ਸੈਸ਼ਨ ਦੇ ਵਿੱਚ ਇਹਨੂੰ ਯੂਨੀਵਰਸਿਟੀ ਦੀ ਮਾਨਤਾ ਮਿਲ ਜਾਏਗੀ। ਵਾਹ ਜੀ ਵਾਹ। ਮਤਲਬ ਜਿਨ੍ਹਾਂ ਦਾ ਵੀ ਖਾਸ ਕਰ ਸਾਡੇ ਸਾਰੇ ਸਰੋਤੇ ਜਿਨ੍ਹਾਂ ਦਾ ਤਿਲ ਫੁੱਲ ਇਸ ਦੇ ਵਿੱਚ ਲੱਗਿਆ, ਐਗਜ਼ੈਕਟਲੀ ਉਹਨਾਂ ਸਾਰਿਆਂ ਵਾਸਤੇ ਖੁਸ਼ੀ ਦੀ ਗੱਲ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਨੇ ਜੀ। ਕੈਲਗਰੀ ਦੀ ਸੰਗਤ ਖਾਸ ਕਰਕੇ ਵਧਾਈ ਦੇ ਪਾਤਰ ਹੈਗੀ ਹੈ। ਆਪ ਜੀ ਦਾ ਦਿੱਤਾ ਹੋਇਆ ਕਿ ਦਮੜਾ ਮੈਂ ਦੱਸ ਦੇਵਾਂ ਕਿ ਸਿਰਫ 21 ਮਹੀਨੇ ਹੋਏ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ ਨੂੰ। ਨਵੰਬਰ 2012 'ਚ ਅਸੀਂ ਸ਼ੁਰੂ ਹੋਏ ਸੀ, ਔਰ ਅੱਜ ਅਕਤੂਬਰ 1 ਹੋਈ ਹੈਗੀ ਹੈ 2014 ਦੀ। ਬਿਲਕੁਲ ਜੀ। ਅਤੇ ਨਵੰਬਰ 2012 ਜਦ ਅਸੀਂ ਸ਼ੁਰੂ ਹੋਏ ਸੀ ਤਾਂ ਕਾਫੀ ਆਰਗੇਨਾਈਜੇਸ਼ਨਸ ਅਤੇ ਇੰਡੀਵਿਜੂਅਲਸ ਨੇ ਸਾਨੂੰ ਕਿਹਾ ਸੀ ਕਿ ਸ਼ਾਇਦ ਇਹ ਪ੍ਰੋਜੈਕਟ ਬਹੁਤ ਤੁਸੀਂ ਵੱਡਾ ਚੁੱਕ ਲਿਆ, ਇਹਨਾਂ ਨੂੰ ਪਤਾ ਨਹੀਂ ਸੀ ਸਾਡਾ। ਐਗਜ਼ੈਕਟਲੀ। ਸਾਨੂੰ ਤਾਂ ਹੁਣ ਇਹ ਮਹਿਸੂਸ ਹੁੰਦਾ ਕਿ ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਪੂਰੇ ਹੋਣੇ ਸਨ, ਔਰ ਇਹ ਤਾਂ ਕੁਦਰਤ ਵੱਲੋਂ ਹੀ ਇੰਨਾ ਮਤਲਬ ਸਾਨੂੰ ਸਪੋਰਟ ਮਿਲ ਚੁੱਕੀ ਪੂਰੀ ਦੁਨੀਆ ਦੇ ਵਿੱਚ ਕਿ ਉਹ ਬਾਰ ਮੈਨੂੰ ਬਾਣੀ ਦੀ ਤੁਕ ਯਾਦ ਆਉਂਦੀ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣਾ ਆਇਆ ਰਾਮ। ਬਲਕਿ ਵਾਕਈ ਸਾਡੇ ਨਾਲ ਇਹੀ ਵਰਤਿਆ ਹੈਗਾ। ਸੰਗਤ ਜੀ ਨੂੰ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ 21 ਮਹੀਨਿਆਂ ਦੇ ਵਿੱਚ 6,46,000 ਸਕੁਆਇਰ ਫਿਟ ਕੰਸਟਰਕਟਡ ਸਪੇਸ ਬਿਲਡ ਕੀਤੀ ਗਈ, ਉਹਨੂੰ ਫਰਨਿਸ਼ ਕੀਤਾ ਗਿਆ, ਉਹਦੀ ਫਿਨਿਸ਼ਿੰਗ ਕੀਤੀ ਗਈ, ਉਹਦੇ 'ਚ ਕੰਪਿਊਟਰਸ, ਕਿਤਾਬਾਂ, ਲਾਇਬ੍ਰੇਰੀਜ਼, ਫਰਨੀਚਰ, ਹਰ ਚੀਜ਼ ਇੰਸਟਾਲ ਕੀਤੇ ਗਏ ਅਤੇ ਇੰਸਪੈਕਸ਼ਨ ਵਾਸਤੇ ਆਫਰ ਕੀਤਾ ਗਿਆ। ਬਾਬਾ ਜੀ ਦਾ ਇੰਨਾ ਪੈਸ਼ਨ ਸੀ ਇਸ ਪ੍ਰੋਜੈਕਟ ਪਿੱਛੇ ਕਿ ਹਰ ਵੀਕਲੀ ਬਾਬਾ ਜੀ ਦੀ ਰਿਪੋਰਟ ਲੈਂਦੇ ਨੇ ਕਿ ਕੰਸਟਰਕਸ਼ਨ ਕਿੱਥੇ ਤੱਕ ਪਹੁੰਚੀ ਹੈ, ਔਰ ਅਸੀਂ ਉਹਨਾਂ ਨੂੰ ਇਹੀ ਫਿਕਰ ਸੀ ਕਿ ਅਸੀਂ ਇਸ ਟਾਰਗੇਟ ਨੂੰ ਨਾ ਮੀਟ ਕਰੀਏ, ਅਗਰ ਮਿਸ ਕਰੀਏ ਕਿਸੇ ਵੀ ਤਰੀਕੇ ਨਾਲ। 2015 ਦੇ ਵਿੱਚ ਐਡਮਿਸ਼ਨਸ ਜਨਰਲ ਕੋਰਸਿਸ ਦੀ ਉੱਥੇ ਸ਼ੁਰੂਆਤ ਹੋ ਜਾਏਗੀ। ਅਤੇ ਇਹ ਮਤਲਬ ਆਪ ਜਿਵੇਂ ਬਾਬਾ ਜੀ ਦੇ ਬਚਨ ਸੀਗੇ ਜਿਹੜੇ ਮੂੰਹੋਂ ਨਿਕਲ ਗਏ ਸੀਗੇ, ਉਹਨਾਂ ਨੂੰ ਆਪ ਹੀ ਪੂਰਾ ਕੀਤਾ ਸਤਿਗੁਰ ਨੇ ਆ ਕੇ। ਐਗਜ਼ੈਕਟਲੀ। ਅਤੇ ਸਤਿਗੁਰ ਸੰਗਤ ਦੇ ਵਿੱਚ ਹੀ ਵੱਸਦੀ ਹੈ ਜੀ। ਤੁਸੀਂ ਸਾਰਿਆਂ ਦੀ ਜਿਹੜੀ ਮਿਹਨਤ ਹੈ, ਤੁਹਾਡੇ ਸਾਰਿਆਂ ਦਾ ਜਿਹੜਾ ਯੋਗਦਾਨ ਆ ਉਹ ਵਿੱਚ ਸੀਗਾ। ਬਿਲਕੁਲ। ਅਤੇ ਮੇਰੇ ਖਿਆਲ ਤੋਂ ਸਾਰਿਆਂ ਨੂੰ ਹੀ ਪਤਾ ਹੋਊਗਾ ਅਕਾਲ ਅਕੈਡਮੀ ਬਾਰੇ, ਅਤੇ ਜਿਨ੍ਹਾਂ ਨੇ ਇੱਥੋਂ ਤਿਲ ਫੁੱਲ ਦਿੱਤਾ ਵਾ, ਮੇਰੇ ਖਿਆਲ ਤੋਂ ਉਹ ਸਾਰੇ ਜਵਾਕ ਜਿਹੜੇ ਨੇ ਉਹ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਐਡਮਿਸ਼ਨ ਤੁਸੀਂ ਕਦ ਤੋਂ ਸ਼ੁਰੂ ਕਰ ਰਹੇ ਹੋ ਉੱਥੇ, ਅਤੇ ਕਿਹੜੇ ਕੋਰਸਿਸ ਨੇ ਹੁਣ। ਜਿਸ ਤਰ੍ਹਾਂ ਹੀ ਅਸੈਂਬਲੀ ਦੇ ਵਿੱਚ ਮਾਨਤਾ ਮਿਲਦੀ ਹੈ ਯੂਨੀਵਰਸਿਟੀ ਦੀ ਅਕਤੂਬਰ ਦੇ ਵਿੱਚ, ਅਸੀਂ ਇਸ ਯੂਨੀਵਰਸਿਟੀ ਨੂੰ ਪਬਲਿਕਲੀ ਜਿਹਨੂੰ ਕਹਿੰਦੇ ਪ੍ਰੋਮੋਟ ਕਰ ਸਕਦੇ ਹਾਂ। ਔਰ ਐਡਮਿਸ਼ਨਸ ਜੁਲਾਈ 2015 ਤੋਂ ਪਹਿਲਾ ਸੈਸ਼ਨ ਸ਼ੁਰੂ ਹੋਏਗਾ। BA, BSc, BCom ਅਤੇ ਮੈਨੇਜਮੈਂਟ, BBA ਦੀ ਕਲਾਸਿਸ ਸ਼ੁਰੂ ਕਰਾਂਗੇ, ਔਰ ਤੁਰੰਤ ਹੀ ਨਵੰਬਰ 2014 ਨੂੰ ਅਸੀਂ ਦੂਜੇ ਚਰਨ ਦੀ ਕੰਸਟਰਕਸ਼ਨ ਜਿਹੜੀ ਆ ਸ਼ੁਰੂ ਕਰ ਦਾਂਗੇ। ਉਹ ਦੂਜਾ ਚਰਨ ਜਿਹੜਾ ਹੈਗਾ ਉਹ ਬਾਬਾ ਜੀ ਦੇ ਬਹੁਤ ਦਿਲੋਂ ਨਜ਼ਦੀਕ ਹੈਗਾ, ਬਹੁਤ ਹੀ ਜਿਹਨੂੰ ਕਹਿੰਦੇ ਨੇ ਉਹਨਾਂ ਦਾ ਪੈਸ਼ਨ ਹੈਗਾ ਉਸ ਪ੍ਰੋਜੈਕਟ ਵਾਸਤੇ। ਉਹ ਹੈਗਾ ਇੰਟਰਨੈਸ਼ਨਲ ਸੈਂਟਰ ਫਾਰ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਜਿਹਦੇ ਵਿੱਚ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ ਇਹ ਸਾਡੀ ਆਪਣੀ ਕਮਜ਼ੋਰੀ ਰਹੀ ਹੈਗੀ ਹੈ ਆਪਣੇ ਕੌਮ ਦੀ ਕਿ there is no other spiritual scripture in the world
which can give you an example of interfaith, the way it is in Guru Granth Sahib. ਕੋਈ ਐਸਾ ਧਾਰਮਿਕ ਗ੍ਰੰਥ ਨਹੀਂ ਹੈ ਜਿਹਦੇ ਵਿੱਚ ਦੂਸਰੇ ਧਰਮਾਂ ਦੇ ਭਗਤਾਂ ਦੀ ਬਾਣੀ ਦਰਜ ਹੈਗੀ ਹੈ ਔਰ ਲੋਕੀ ਉਹਨੂੰ ਗੁਰੂ ਸਾਹਿਬ ਦਾ ਮਾਨਤਾ ਦੇ ਕੇ ਤੇ ਮੱਥਾ ਟੇਕਦੇ ਨੇ। ਸਹੀ। ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਇੱਕ ਐਸਾ ਸਕ੍ਰਿਪਚਰ ਹੈਗਾ ਜਿੱਥੇ ਅਸੀਂ ਜਦ ਮੱਥਾ ਟੇਕਦੇ ਹਾਂ ਤੇ ਨਾ ਸਿਰਫ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ ਬਲਕਿ ਅਸੀਂ ਹਿੰਦੂ, ਅਪਰ ਕਾਸਟ, ਲੋਅਰ ਕਾਸਟ ਮੁਸਲਮਾਨਾਂ ਦੇ ਵੀ ਬਾਣੀ ਨੂੰ ਮੱਥਾ ਟੇਕਦੇ ਹਾਂ। ਬਿਲਕੁਲ ਜੀ। ਪ੍ਰੋਬੇਬਲੀ ਅਸੀਂ ਐਜ਼ ਅ ਕਮਿਊਨਿਟੀ ਵੀ ਹੈਵ ਫੇਲਡ ਆਵਰ ਚਿਲਡਰਨ ਟੂ ਟੈਲ ਇਟ ਟੂ ਦ ਵਰਲਡ ਕਿ ਇੰਟਰਫੇਥ ਦਾ ਅਗਰ ਮੈਸੇਜ ਹੈਗਾ ਤਾਂ ਗੁਰੂ ਗ੍ਰੰਥ ਸਾਹਿਬ ਦੇਖੋ। ਜੋ ਇੰਟਰਨੈਸ਼ਨਲ ਸੈਂਟਰ ਫॉर ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਹੈਗਾ ਉਹਦਾ ਸਭ ਤੋਂ ਵੱਡਾ ਫੋਕਸ ਹੀ ਇਹੀ ਹੈਗਾ ਕਿ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਵਿੱਚ, ਵੱਖ-ਵੱਖ ਲੈਂਗੁਏਜਸ ਦੇ ਵਿੱਚ ਇਸ ਮੈਸੇਜ ਨੂੰ ਪਹਿਲੇ ਕਨਵੇ ਕੀਤਾ ਜਾਏ। ਇੱਕ ਹੋਰ ਖੁਸ਼ੀ ਦੀ ਗੱਲ ਮੈਂ ਆਪ ਜੀ ਨੂੰ ਦੱਸ ਦੇਵਾਂ ਜੀ ਕਿ ਅਦਰ ਦੈਨ ਦੇਖੋ ਕਾਫੀ ਸਾਰੇ ਪ੍ਰੋਗਰਾਮਸ ਹੋਣਗੇ ਗੁਰੂਕਾਸ਼ੀ ਯੂਨੀਵਰਸਿਟੀ ਦੇ ਵਿੱਚ ਜਿਹਦੇ 'ਚੋਂ ਪ੍ਰਚਾਰਕ ਦੀ ਫੋਰਨ ਲੈਂਗੁਏਜਸ ਦੇ ਵਿੱਚ ਤਿਆਰੀ ਕੀਤੀ ਜਾਏਗੀ, ਸਰਟੀਫਿਕੇਸ਼ਨ ਕੋਰਸਿਸ ਹੋਣਗੇ। ਇੱਕ ਬਹੁਤ ਵੱਡਾ ਜੋ ਕੰਮ ਹੋਣ ਲੱਗਾ ਹੈਗਾ, ਪ੍ਰੋਗਰਾਮ ਹੋਣ ਲੱਗਾ ਹੈ, ਉਹ ਹੈਗਾ ਕਿ ਨਾਰਥ ਅਮਰੀਕਨ ਸੰਗਤ ਦੇ ਬੱਚਿਆਂ ਲਈ ਇੰਟਰੈਕਟਿਵ ਡੇਲੀ ਆਨਲਾਈਨ ਲਰਨਿੰਗ ਕਲਾਸਿਸ, ਗੁਰਮੁਖੀ, ਗੁਰਮਤ, ਸੰਥਿਆ, ਕੀਰਤਨ, ਰਾਗ ਅਤੇ ਹਿਸਟਰੀ, ਸਿੱਖ ਇਤਿਹਾਸ, ਇਹਨਾਂ ਚੀਜ਼ਾਂ ਦੇ ਬਾਰੇ ਇੱਥੇ ਦੇ ਬੱਚਿਆਂ ਲਈ ਆਨਲਾਈਨ ਕੋਰਸਿਸ ਅਸੀਂ ਸ਼ੁਰੂ ਕਰਾਂਗੇ ਉੱਥੋਂ ਬੈਠ ਕੇ। ਸੋ ਮਤਲਬ ਦਿਸ ਪ੍ਰੋਬੇਬਲੀ ਵਿਲ ਬੀ ਦ ਫਰਸਟ ਐਵਰ ਪ੍ਰੋਜੈਕਟ ਇਨ ਦ ਵਰਲਡ ਕਿ ਪੂਰੀ ਦੁਨੀਆ ਦੇ ਅਸੀਂ ਸਿੱਖ ਬੱਚਿਆਂ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਫਰੋਮ ਵਨ ਯੂਨੀਵਰਸਿਟੀ। ਓਕੇ। ਅਤੇ ਮਤਲਬ ਜਿਹੜੀਆਂ ਚੀਜ਼ਾਂ ਹੁਣ ਤੱਕ ਅਸੀਂ ਫੇਲ ਰਹੇ ਹਾਂ ਸਿਖਾਉਣ ਦੇ ਵਿੱਚ, ਐਗਜ਼ੈਕਟਲੀ, ਚਾਹੇ ਉਹਦੇ ਪਿੱਛੇ ਕੋਈ ਵੀ ਕਾਰਨ ਰਿਹਾ ਹੋਵੇ ਕਿ ਚਾਹੇ ਆਪ ਨੂੰ ਕੁਛ ਨਾ ਪਤਾ ਹੋਵੇ ਜਾਂ ਆਪਣੇ ਕੋਲ ਟਾਈਮ ਨਾ ਹੋਵੇ, ਕਈ ਕਿਉਂਕਿ ਇੱਥੇ ਇਹੋ ਜਿਹੀਆਂ ਕੰਟਰੀਜ਼ ਨੇ ਕਿ ਕੰਮ ਪ੍ਰਧਾਨ ਆ ਉਰੇ। ਐਗਜ਼ੈਕਟਲੀ, ਸਾਰਾ ਕੁਛ ਹੀ ਕਦੇ ਡੇ ਸ਼ਿਫਟ ਹੈ, ਕਦੇ ਨਾਈਟ ਸ਼ਿਫਟ ਆ। ਇਹ ਬਾਬਾ ਜੀ ਦਾ ਮੰਨਣਾ ਸੀ ਕਿ ਅਗਰ ਬੜੂ ਸਾਹਿਬ ਇੱਕ ਕਮਰਾ 5 ਬੱਚੇ 1986 ਤੋਂ ਸ਼ੁਰੂ ਹੋ ਕੇ 28 ਸਾਲਾਂ ਦੇ ਵਿੱਚ 129 ਸਕੂਲ ਅਤੇ 60,000 ਬੱਚਾ ਬਾਣੀ ਅਤੇ ਬਾਣੇ ਦੇ ਵਿੱਚ ਅਗਰ ਤਿਆਰ ਹੋ ਰਿਹਾ ਹੈ ਅਤੇ ਇਹਦੇ 'ਚ ਬਹੁਤ ਵੱਡਾ ਸਹਿਯੋਗ ਨਾਰਥ ਅਮਰੀਕਨ ਸੰਗਤ ਦਾ ਹੈਗਾ। ਤਾਂ ਵੀ ਕਹਿੰਦੇ ਸੀ ਅਸੀਂ ਵੀ ਉਹਨਾਂ ਦੇ ਬੱਚਿਆਂ ਲਈ ਕੁਝ ਕਰੀਏ ਔਰ ਐਸੀ ਜਾਇਦਾਦ ਤਿਆਰ ਕਰੀਏ ਕਿ ਉਹ ਬੱਚੇ ਚਲਦੇ ਫਿਰਦੇ ਗੁਰਦੁਆਰੇ ਬਣ ਜਾਣ। ਸਾਨੂੰ ਇਹ ਜ਼ਰੂਰੀ ਨਹੀਂ ਹੈ ਕਿ ਵੱਡੀ ਬਿਲਡਿੰਗਾਂ ਬਣਾ ਕੇ ਹੀ ਗੁਰਦੁਆਰੇ ਤਿਆਰ ਹੋਣ, ਸਾਡੇ ਬੱਚੇ ਹੀ ਚਲਦੇ ਫਿਰਦੇ ਗੁਰਦੁਆਰੇ ਬਣ ਜਾਣ। ਔਰ ਦੁਨੀਆ ਦੇ ਵਿੱਚ ਅਗਰ ਸਿੱਖੀਜ਼ਮ ਦਾ ਮੈਸੇਜ ਇਸ ਤਰੀਕੇ ਨਾਲ ਪੇਸ਼ ਹੋਏ ਕਿ ਦਿਸ ਪ੍ਰੋਬੇਬਲੀ ਇਜ਼ ਦ ਓਨਲੀ ਇੰਟਰਫੇਥ ਰਿਲੀਜਨ ਇਨ ਦ ਹੋਲ ਵਰਲਡ, I think there is no better thing that we can do for our community. ਸਹੀ ਗੱਲ ਹੈ ਜੀ। ਮਤਲਬ ਆਪਾਂ ਸਾਰੇ ਧਰਮਾਂ ਦੀ ਜੇ ਗੱਲ ਕਰੀਏ ਤਾਂ ਉਹ ਸਾਰੇ ਧਰਮ ਹੀ ਜਿਹੜੇ ਨੇ ਜੁੜੇ ਹੋਏ ਨੇ ਇੱਕੋ ਥਾਂ ਦੇ ਉੱਤੇ। ਐਗਜ਼ੈਕਟਲੀ, ਭਗਤਾਂ ਦੀ ਬਾਣੀ ਆ, ਉਹ ਤੋਂ ਭੱਟਾਂ ਦੀ ਬਾਣੀ ਆ, ਸਾਰਿਆਂ ਦੀ ਬਾਣੀ ਇੱਕੋ ਥਾਂ ਦੇ ਉੱਤੇ ਆ। ਅਤੇ ਇਹ ਜ਼ਰੂਰੀ ਹੈ ਕਿ ਸਾਡੇ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਜੀ, ਜਿਹੜੀਆਂ ਸਾਡੀਆਂ ਹੁਣ ਜਿਉ ਰਹੀਆਂ ਪੀੜ੍ਹੀਆਂ ਨੇ, ਉਹਨਾਂ ਸਾਰਿਆਂ ਨੂੰ ਪਤਾ ਲੱਗੇ ਕਿ ਐਕਚੁਅਲ ਦੇ ਵਿੱਚ ਇਹ ਜਿਹੜੇ ਮੈਸੇਜ ਐਨਕੋਡਡ ਨੇ ਉਹਨਾਂ ਨੂੰ ਕਿਵੇਂ ਡੀਕੋਡ ਕਰਨਾ ਵਾ। ਐਗਜ਼ੈਕਟਲੀ। ਇੱਕ ਗੱਲ ਮੈਂ ਹੋਰ ਇੱਥੇ ਸੰਗਤਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ, ਪਾਰਦਰਸ਼ਿਤਾ ਹੋਣੀ ਚਾਹੀਦੀ, ਟਰਾਂਸਪੇਰੈਂਸੀ ਹੋਣੀ ਚਾਹੀਦੀ। ਪਿਛਲੇ 2 ਸਾਲਾਂ ਦੇ ਵਿੱਚ ਨਵੰਬਰ 2012 ਤੋਂ ਲੈ ਕੇ ਹੁਣ ਤੱਕ ਅਸੀਂ ਲਗਭਗ 20 ਕਰੋੜ ਹਿੰਦੁਸਤਾਨੀ ਰੁਪਇਆ ਅਸੀਂ ਜੋ ਹੈ ਮਾਇਆ ਦੇ ਰੂਪ ਦੇ ਵਿੱਚ ਨਾਰਥ ਅਮਰੀਕਨ ਸੰਗਤ ਤੋਂ ਇਕੱਠਾ ਕੀਤਾ ਹੈਗਾ। ਔਰ ਹੁਣ ਤੱਕ ਦਾ ਜੋ ਖਰਚ ਆਇਆ ਹੈਗਾ ਇਸ ਪਹਿਲੇ ਚਰਨ ਦੇ ਵਿੱਚ ਉਹ 90 ਕਰੋੜ ਦਾ ਖਰਚ ਆਇਆ ਹੈਗਾ। 15 ਕਰੋੜ ਅਸੀਂ ਆਪਣੇ ਐਕਰੂਅਲਸ ਵਿੱਚੋਂ ਪਾਏ ਨੇ, ਜਿਹੜੇ ਕਿ ਸਾਡੇ ਕਾਰਪਸ ਹੈਗਾ ਸੀ ਉਹਦੇ ਵਿੱਚੋਂ ਪਾਏ ਨੇ, ਅਤੇ 55 ਕਰੋੜ ਅਸੀਂ ਬੈਂਕਸ ਤੋਂ ਬੋਰੋ ਕਰਕੇ ਇਸ ਪ੍ਰੋਜੈਕਟ 'ਤੇ ਪਾਇਆ ਹੈਗਾ ਤਾਂ ਕਿ ਇਹ ਗੌਰਮੈਂਟ ਨੂੰ ਆਫਰ ਕੀਤਾ ਜਾਏ। ਪ੍ਰੈਸ਼ਰ ਵਾਸ ਦੇਅਰ ਕਿ ਅਸੀਂ ਇਸ ਸੈਸ਼ਨ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਕੰਪਲੀਸ਼ਨ ਕਰਕੇ ਗੌਰਮੈਂਟ ਨੂੰ ਅਸੀਂ ਆਫਰ ਕਰ ਦਈਏ ਫॉर ਇੰਸਪੈਕਸ਼ਨ। ਅਤੇ ਉਹ ਜਿਹੜਾ ਏਮ ਆਪਾਂ ਬਣਾਇਆ ਸੀਗਾ ਉਹ ਆਪਾਂ ਪੂਰਾ ਵੀ ਕਰ ਲਿਆ। ਅਤੇ ਇਸ ਤੋਂ ਬਾਅਦ ਹੁਣ ਜਿਹੜੀ ਇੱਕ ਸਟੈਪ ਸੀਗਾ ਇਹ ਜੀ, ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੋਣਾ, ਅਗਲਾ ਸਟੈਪ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਸੈਂਟਰ ਫॉर ਗੁਰੂ ਗ੍ਰੰਥ ਸਾਹਿਬ ਸਟੱਡੀਜ਼। ਇਹਦੇ ਵਿੱਚ ਸਮਾਂ ਸਾਡੇ ਕੋਲ ਥੋੜ੍ਹਾ ਜ਼ਿਆਦਾ ਹੈਗਾ। 2015, 16, 17 ਅਤੇ 18 ਵਿੱਚ ਅਸੀਂ ਇਹਨੂੰ ਕੰਪਲੀਟ ਕਰਾਂਗੇ ਅਤੇ 4 ਸਾਲ ਦੇ ਵਿੱਚ ਇਹਨੂੰ ਫੁੱਲ ਕੰਪਲੀਸ਼ਨ ਤੱਕ ਲੈ ਕੇ ਜਾਵਾਂਗੇ, ਕਿਉਂਕਿ ਇਸ ਦੇ ਵਿੱਚ ਨਾ ਸਿਰਫ ਰਿਸੋਰਸਿਸ ਦੇ ਵਿੱਚ ਇਨਵੈਸਟਮੈਂਟ ਹੈਗੀ ਹੈ, ਬਲਕਿ ਇਹਦੇ ਵਿੱਚ ਜਿਹੜੇ ਬੱਚੇ ਅਸੀਂ ਲਿਆ ਕੇ ਅਤੇ ਪ੍ਰਚਾਰਕ ਲਈ ਤਿਆਰ ਕਰਨੇ ਜਾਂ ਪੜ੍ਹਾਉਣੇ ਨੇ, ਸ਼ਾਇਦ ਉਹਨਾਂ ਦੀ ਵੀ ਫੈਮਿਲੀ ਨੀਡਸ ਨੂੰ ਪੂਰਾ ਕਰਨ ਦੀ ਲੋੜ ਹੈਗੀ ਹੈ। ਅਦਰਵਾਈਜ਼ ਮੋਟੀਵੇਸ਼ਨ ਨਹੀਂ ਹੈਗੀ ਕਿ ਮੈਂ ਪ੍ਰਚਾਰਕ ਬਣਾ, ਜਾਂ ਮੋਟੀਵੇਸ਼ਨ ਨਹੀਂ ਹੈ ਕਿ ਮੈਂ ਰਿਲੀਜੀਅਸ ਸਟੱਡੀਜ਼ ਕਰਾਂ। ਸੋ ਦੇਰ ਹੈਜ਼ ਟੂ ਬੀ ਸਮ ਮੋਟੀਵੇਸ਼ਨ। ਅਗਰ ਕੋਈ ਸੰਸਥਾ ਉਹਨਾਂ ਦੇ ਪਰਿਵਾਰਿਕ ਨੀਡਸ ਨੂੰ ਮੀਟ ਕਰ ਲੈਂਦੀ ਹੈਗੀ ਹੈ ਔਰ ਉਹ ਬੱਚਿਆਂ ਨੂੰ ਲਿਆ ਕੇ ਅਸੀਂ ਅਗਰ ਉਹਨਾਂ ਦੀ ਲਿਆਕਤ ਦੇ ਮੁਤਾਬਕ ਉਹਨਾਂ ਨੂੰ ਪੜ੍ਹਾਈ ਕਰਵਾਈਏ ਔਰ ਉਹਨਾਂ ਨੂੰ ਫਿਰ ਅਸੀਂ ਆਪਣੇ ਮਿਸ਼ਨਰੀ ਬਣਾਈਏ ਫਿਊਚਰ ਦੇ ਵਾਸਤੇ, ਪ੍ਰੋਬੇਬਲੀ ਦਿਸ ਇਜ਼ ਦਾ ਆਊਟਲੁੱਕ ਦੈਟ ਵੀ ਹੈਵ ਕਿ ਇਸ ਤਰੀਕੇ ਨਾਲ ਅਸੀਂ ਇਸ ਪ੍ਰੋਜੈਕਟ ਨੂੰ ਨਜਿੱਠਾਂਗੇ। ਕਿਉਂਕਿ ਮੈਂ ਇੱਥੇ ਵੀ ਜਦੋਂ ਕੈਲਗਰੀ ਆਪਣਾ ਜਦੋਂ 4 ਮਹੀਨੇ ਪਹਿਲਾਂ ਦੀ ਗੱਲ ਕਰੀਏ
ਤਾਂ ਨਗਰ ਕੀਰਤਨ ਦੇ ਟਾਈਮ 'ਤੇ ਵੀ ਸਾਨੂੰ ਕੁਝ ਸੱਜਣ ਮਿਲੇ ਸੀਗੇ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਖੁਦ ਅਕਾਲ ਅਕੈਡਮੀ ਤੋਂ ਪੜ੍ਹੇ ਹੋਏ ਹਾਂ ਜੀ ਅਤੇ ਅਸੀਂ ਹੁਣ ਮਤਲਬ ਪ੍ਰਚਾਰ ਵੀ ਕਰਦੇ ਹਾਂ ਨਾਲ, ਅਤੇ ਨਾਲ ਅਸੀਂ ਆਪਣਾ ਕੰਮ ਵੀ ਕਰਦੇ ਹਾਂ। ਸੋ ਇੱਕ ਉਹ ਚੀਜ਼ ਆਪਾਂ ਚੇਂਜ ਕਰਨੀ ਜ਼ਰੂਰ ਚਾਹਾਂਗੇ ਕਿ ਜਦੋਂ ਆਪਾਂ ਮਿਸ਼ਨਰੀ ਜਾਂ ਪ੍ਰਚਾਰਕ ਦਾ ਨਾਮ ਸੁਣੀਏ ਤਾਂ ਆਪਾਂ ਇਹ ਨਾ ਕਰੀਏ ਯਾਰ ਉਹ ਇੱਧਰ ਆ ਜਾ ਯਾਰ, ਬਈ ਮਾੜਾ ਜਿਹਾ ਬੰਦਾ ਹੋਏਗਾ ਕੋਈ, ਥੋੜ੍ਹੀ ਜਿਹੀ ਇੱਕ ਲੈਵਲ ਬਹੁਤ ਜ਼ਿਆਦਾ ਇਨਕਰੀਜ਼ ਕਰਨ ਦੀ ਲੋੜ ਆ, ਅਤੇ ਉਹ ਆਪਾਂ ਬਖੂਬੀ ਕਰ ਰਹੇ ਹਾਂ ਜੀ। ਬਹੁਤ ਬਹੁਤ ਮੁਬਾਰਕਾਂ ਨੇ ਉਹਦੇ ਵਾਸਤੇ। ਥੈਂਕ ਯੂ ਸੋ ਮਚ। ਸੋ ਰਵਿੰਦਰ ਜੀ, ਇੱਕ ਕੁਐਸਚਨ ਹੋਰ ਉੱਠਦਾ ਵਾ ਕਿ ਸਰਬ ਧਰਮ ਦੀ ਗੱਲ ਹੁੰਦੀ ਆ ਆਪਣੇ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ ਸਿੱਖਾਂ ਵਾਸਤੇ ਤਾਂ ਉਹ ਚੀਜ਼ਾਂ ਬਿਲਕੁਲ ਮਤਲਬ ਬਿਨਾਂ ਕਹੇ ਤੋਂ ਆਉਣ ਵਾਲੀਆਂ ਚੀਜ਼ਾਂ ਨੇ। ਹੋਰ ਧਰਮਾਂ ਵਾਸਤੇ ਜਾਂ ਉਹਨਾਂ ਬੱਚਿਆਂ ਵਾਸਤੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਜੀ, ਉਹਨਾਂ ਵਾਸਤੇ ਸਾਡੇ ਕੋਲ ਕੀ ਕੁਛ ਹੋਊਗਾ ਸਾਡੀ ਝੋਲੀ 'ਚ? ਇਹ ਵੀ ਫੈਕਟ ਹੈ ਜੀ ਕਿ ਪੰਜਾਬ ਦੀ ਜੋ ਪ੍ਰੋਬਲਮ ਸੀ ਉਹ ਪਾਵਰਟੀ ਦੀ ਨਹੀਂ ਸੀ, ਪੰਜਾਬ ਦੀ ਪ੍ਰੋਬਲਮ ਸੀ ਪ੍ਰੋਬਲਮ ਆਫ ਪਲੈਂਟੀ। ਅਤੇ ਪ੍ਰੋਬਲਮ ਇਹ ਵੀ ਹੋ ਗਈ ਹੈ ਕਿ ਹੁਣ ਹੌਲੇ ਹੌਲੇ ਕਾਫੀ ਪਾਪੂਲੇਸ਼ਨ ਜਿਹੜੀ ਹੈ ਉਹ ਪਾਵਰਟੀ ਦੇ ਲੈਵਲ 'ਤੇ ਕਗਾਰ 'ਤੇ ਪਹੁੰਚ ਚੁੱਕੀ ਹੈ। ਬਿਲਕੁਲ, ਬਿਕੋਜ਼ ਆਫ ਡਰੱਗਸ, ਬਿਕੋਜ਼ ਆਫ ਐਲਕੋਹਲ ਐਂਡ ਅਦਰ ਸੋਸ਼ਲ ਈਵਲਸ। ਕਲਗੀਧਰ ਟਰੱਸਟ ਬੜੂ ਸਾਹਿਬ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈਗੀ ਹੈ, deedaday.in ਸਾਡੀ ਇੱਕ ਵੈਬਸਾਈਟ ਹੈਗੀ ਹੈ, ਜਿਹਦੇ 'ਚ ਅਸੀਂ ਇਸ ਵੇਲੇ ਇਸ ਸਾਲ 1300 ਬੱਚੇ ਅਡੋਪਟ ਕਰ ਲਿੱਤੇ ਨੇ ਇਨ ਕਿੰਡਰਗਾਰਟਨ ਕਲਾਸ, 10 ਫਰੋਮ ਐਵਰੀ ਸਕੂਲ। 129 ਸਕੂਲ ਨੇ, 1290 ਬੱਚੇ ਸਾਡੇ ਉਹਦੇ ਵਿੱਚ ਰਜਿਸਟਰਡ ਨੇ। ਉਹਨਾਂ ਦੀ ਜ਼ਿੰਮੇਵਾਰੀ ਅਸੀਂ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਕਲਾਸ ਤੱਕ ਲੈ ਰਹੇ ਹਾਂ। ਇਹ ਨਹੀਂ ਕਿ ਬਈ ਕੋਈ ਬੱਚਾ 5ਵੀਂ 'ਚ ਆ ਜਾਏ, ਕੋਈ ਬੱਚਾ ਚੌਥੀ ਛੱਡ ਜਾਏ, ਨੋ। ਇਫ ਵੀ ਅਡੋਪਟ ਅ ਚਾਈਲਡ ਦੈਨ ਹੀ ਹੈਜ਼ ਟੂ ਕੰਪਲੀਟ ਹਿਸ ਸਟੱਡੀਜ਼ ਟਿਲ 12th। ਅਤੇ ਉਹਦੀ ਬੁੱਕ, ਸਟੇਸ਼ਨਰੀ, ਯੂਨੀਫਾਰਮ, ਟਿਊਸ਼ਨਸ, ਟਰਾਂਸਪੋਰਟੇਸ਼ਨ, ਹਰ ਚੀਜ਼ ਅਸੀਂ ਫਿਰ ਉਹਦੀ ਫੰਡ ਕਰ ਰਹੇ ਹਾਂ। ਔਰ ਆਪ ਜੀ ਜਾਣ ਕੇ ਖੁਸ਼ੀ ਹੋਏਗੀ ਆਪ ਜੀ ਨੂੰ ਕਿ 8200 ਬੱਚਾ ਇਸ ਵੇਲੇ ਸਾਡੇ ਸਕੂਲਾਂ ਦੇ ਵਿੱਚ ਫ੍ਰੀ ਜਾਂ ਸਬਸਿਡਾਈਜ਼ ਐਜੂਕੇਸ਼ਨ ਲੈ ਰਿਹਾ ਹੈ। ਔਰ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1300 ਬੱਚਿਆਂ ਵਿੱਚੋਂ ਜਿੰਨੇ ਬੱਚੇ ਸਾਨੂੰ ਸਪੋਂਸਰ ਹੋਈ ਜਾ ਰਹੇ ਨੇ ਸੰਗਤ ਵੱਲੋਂ, ਉਨੇ ਹੀ ਬੱਚੇ ਅਸੀਂ ਨਵੇਂ ਐਡ ਕਰਦੇ ਜਾ ਰਹੇ ਹਾਂ। ਫੋਰ ਐਗਜ਼ਾਮਪਲ ਅੱਜ ਤੱਕ ਸਾਡੇ 1300 ਵਿੱਚੋਂ ਪਿਛਲੇ 3 ਮਹੀਨੇ ਦੇ ਵਿੱਚ ਲਗਭਗ 250 ਬੱਚਾ ਸਪੋਂਸਰ ਹੋ ਗਿਆ। ਤਾਂ ਅਸੀਂ 250 ਬੱਚੇ ਹੁਣ ਫਿਰ ਇਸ ਸੈਸ਼ਨ ਦੇ ਵਿੱਚ ਨਵੇਂ ਲੈਣ ਲੱਗੇ ਹਾਂ। ਅਗਰ ਸਾਡੇ 600 ਹੋ ਜਾਣਗੇ ਤਾਂ ਅਸੀਂ 600 ਬੱਚੇ ਨਵੇਂ ਲੈ ਲਾਂਗੇ। ਅਗਰ ਰੱਬ ਕਰੇ 1300 ਬੱਚੇ ਹੋ ਜਾਂਦੇ ਤਾਂ ਅਸੀਂ 1300 ਬੱਚੇ ਹੋਰ ਨਵੇਂ ਲੈ ਲਾਂਗੇ। ਸਾਡੀ ਕਮਿਟਮੈਂਟ ਹੈਗੀ ਹੈ ਕਿ ਉਹ 1300 ਬੱਚੇ ਅਸੀਂ, ਇਫ ਯੂ ਮਲਟੀਪਲਾਈਡ ਬਾਈ 14 years, ਇਟਸ ਅ ਹਿਊਜ ਅਮਾਊਂਟ, ਇਟ ਇਜ਼ ਇਨਟੂ ਕਰੋੜਸ, ਕੋਈ ਛੋਟੀ ਅਮਾਊਂਟ ਨਹੀਂ ਹੈ। ਦ ਆਈਡੀਆ ਵਾਸ ਕਿ ਅਸੀਂ ਜਿਹੜੇ ਬੱਚਿਆਂ ਉੱਤੇ ਇਨਵੈਸਟਮੈਂਟ ਕਰੀਏ ਫਿਰ ਉਹ ਲੌਂਗ ਇਨਵੈਸਟਮੈਂਟ ਹੋਣੀ ਚਾਹੀਦੀ ਤਾਂ ਕਿ ਉਹ ਬੱਚੇ ਕਾਲਜ ਦੇ ਲੈਵਲ ਤੱਕ ਸਾਡੇ ਨਾਲ ਜੁੜੇ ਰਹਿਣ ਔਰ ਅਸੀਂ ਇਨਸ਼ੋਰ ਕਰੀਏ ਕਿ ਉਹ ਟੈਲੈਂਟ ਨੂੰ ਉੱਥੇ ਤੱਕ ਉਹਨਾਂ ਦੇ ਮੁਕਾਮ 'ਤੇ ਪਹੁੰਚਾਇਆ ਜਾਏ। ਸੋ ਠੀਕ ਹੈ, ਮਤਲਬ ਜਿਹੜੀ ਦੇਖ ਰੇਖ ਹੈ ਉਹ ਪੁੰਗਰਦੇ ਦੀ, ਮਤਲਬ ਜਦੋਂ ਪੌਦਾ ਵਿੱਚੋਂ ਨਿਕਲ ਰਿਹਾ ਤਾਂ ਤੋਂ ਹੀ ਤੁਸੀਂ ਪੂਰੀ ਦੇਖ ਰੇਖ ਕਰ ਰਹੇ ਹੋ। ਐਗਜ਼ੈਕਟਲੀ। ਸੋ ਇਹ ਜਿਹੜਾ ਮਤਲਬ 10 ਬੱਚੇ ਪਰ ਸਕੂਲ ਦੇ, ਇਹਦਾ ਮੈਂ ਕ੍ਰਾਈਟੇਰੀਆ ਆਪ ਜੀ ਨੂੰ ਦੱਸ ਦੇਵਾਂ। ਕ੍ਰਾਈਟੇਰੀਆ ਬੜਾ ਸਿੰਪਲ ਹੈਗਾ। ਇੱਕ ਥਰਡ ਪਾਰਟੀ ਆਡਿਟ ਕਰਦੀ ਹੈਗੀ ਹੈ, ਬੈਕਗਰਾਊਂਡ ਚੈੱਕ ਕਰਦੀ ਹੈਗੀ ਹੈ। ਸਾਡੀ 2 ਰਿਕੁਆਇਰਮੈਂਟਸ ਨੇ, ਜਾਂ ਤਾਂ 2 ਏਕੜ ਤੋਂ ਘੱਟ ਦੀ ਲੈਂਡ ਹੋਵੇ ਬੱਚੇ ਦੀ, ਪੈਰੈਂਟ ਦੀ, ਔਰ ਜਾਂ ਫਿਰ ਉਹਦੇ ਪਿਤਾ ਦੀ ਇਨਕਮ ਜਿਹੜੀ ਹੈ, ਫੈਮਿਲੀ ਦੀ ਇਨਕਮ 60,000 ਰੁਪਇਆ ਸਾਲਾਨਾ ਤੋਂ ਘੱਟ ਹੋਵੇ। ਇਹਦਾ ਸਰਟੀਫਿਕੇਟ ਤਹਿਸੀਲਦਾਰ ਤੋਂ ਲਿੱਤਾ ਜਾਂਦਾ ਹੈਗਾ। ਔਰ ਉਸ ਤੋਂ ਬਾਅਦ ਇੱਕ ਥਰਡ ਪਾਰਟੀ ਆਡਿਟ ਕਰਦੀ ਹੈ, ਬੈਕਗਰਾਊਂਡ ਚੈੱਕ ਕਰਦੀ ਹੈ, ਉਹਦੇ ਘਰ ਜਾ ਕੇ ਸਾਰੇ ਚੈੱਕ ਕਰਕੇ ਫੋਟੋਗ੍ਰਾਫਸ ਲੈ ਕੇ ਇੱਕ ਸਰਟੀਫਿਕੇਟ ਸਾਈਨ ਕਰਕੇ ਦਿੰਦੀ ਹੈ। ਫਿਰ ਅਸੀਂ ਉਹ ਬੱਚਿਆਂ ਨੂੰ ਐਡਮਿਟ ਕਰਦੇ ਹਾਂ। ਠੀਕ। ਔਰ ਮੋਸਟਲੀ ਇਹਦੇ ਸ਼ੈਡਿਊਲਡ ਕਾਸਟ ਦੇ ਬੱਚੇ ਆਏ ਨੇ ਔਰ ਉਹ ਗਰੁੱਪਸ ਆਏ ਨੇ, ਰਾਮਦਾਸੀਏ, ਕਬੀਰ ਪੰਥੀਏ, ਜਿਹੜੇ ਕਿ ਸਾਡੇ ਤੋਂ ਪਰਾਂ ਹੋ ਚੁੱਕੇ ਨੇ, ਸਾਡੇ ਤੋਂ ਦੂਰ ਹੋ ਚੁੱਕੇ ਨੇ। ਸਾਡੀ ਇੱਕੋ ਹੀ ਸ਼ਰਤ ਹੈ ਉਹਨਾਂ ਨਾਲ ਕਿ ਪਰਿਵਾਰ ਨੂੰ ਪੂਰਨ ਗੁਰਸਿੱਖੀ ਰੂਪ ਰੱਖਣਾ ਪਏਗਾ। ਵੀ ਡੋਂਟ ਰਿਕੁਆਇਰ ਐਨੀਥਿੰਗ ਐਲਸ। ਬੱਚੇ ਤੋਂ ਲੈ ਕੇ ਪਰਿਵਾਰ ਪੂਰੇ ਨੂੰ ਗੁਰਸਿੱਖੀ ਰੂਪ ਰੱਖਣਾ ਪਏਗਾ। ਠੀਕ। ਇਹ ਤਾਂ ਮਤਲਬ ਆਮ ਗੱਲ ਸਾਨੂੰ ਵੇਖਣ ਨੂੰ ਮਿਲੀ ਆ ਕਿ ਚਾਹੇ ਉਹ ਵੱਡੇ ਘਰਾਂ ਦੇ ਵਿੱਚੋਂ ਨੇ, ਚਾਹੇ ਉਹ ਛੋਟੇ ਘਰਾਂ 'ਚੋਂ ਬੱਚੇ ਜਿਹੜੇ ਤੁਹਾਡੇ ਕੋਲ ਪੜ੍ਹ ਰਹੇ ਨੇ, ਉਹਦੇ ਪਰਿਵਾਰ ਵੀ ਸਿੱਖੀ ਵੱਲ ਬਹੁਤ ਜ਼ਿਆਦਾ ਐਗਜ਼ੈਕਟਲੀ ਪ੍ਰਪੰਨ ਹੋ ਗਏ ਨੇ। ਹੁਣ ਦੇਖੋ 2 ਕੰਟਰੀਬਿਊਸ਼ਨਸ ਬਹੁਤ ਵੱਡੀਆਂ ਰਹੀਆਂ ਨੇ ਸੰਸਥਾ ਦੀ, ਐਜ਼ ਅ ਨਾਟ ਐਜ਼ ਅ ਵੋਲੰਟੀਅਰ ਬਟ ਐਜ਼ ਅ ਥਰਡ ਪਰਸਨ ਆਈ ਕੈਨ ਟੈਲ ਯੂ। 2 ਚੀਜ਼ਾਂ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ। ਇੱਕ, ਜਿਹੜੇ ਬੱਚੇ ਸਾਡੇ ਬਣ ਗਏ ਨੇ ਉਹ ਰੋਲ ਮਾਡਲ ਬਣ ਗਏ ਨੇ ਆਪਣੀ ਸੋਸਾਇਟੀ ਵਾਸਤੇ, ਆਪਣੇ ਨੇਬਰਹੁੱਡ ਵਾਸਤੇ, ਆਪਣੇ ਹਮ ਉਮਰ ਦੇ ਬੱਚਿਆਂ ਲਈ, ਆਪਣੇ ਪਿੰਡਾਂ ਦੇ ਵਿੱਚ। ਉਹ ਤਾਂ ਇੱਕ ਸਭ ਤੋਂ ਵੱਡੇ ਰੋਲ ਮਾਡਲਸ ਬਣ ਗਏ ਨੇ। ਉਹ ਦੂਸਰਿਆਂ ਨੂੰ ਪੰਥਕ ਸੋਚ ਵੱਲ ਅਤੇ ਸਿੱਖੀ ਵੱਲ ਪ੍ਰੇਰਦੇ ਨੇ। ਦੈਟਸ ਵਨ। ਦ ਨੈਕਸਟ ਬਿਗੇਸਟ ਕੰਟਰੀਬਿਊਸ਼ਨ ਦੈਟ ਕਲਗੀਧਰ ਟਰੱਸਟ ਬੜੂ ਸਾਹਿਬ ਹੈਜ਼ ਡਨ ਕਿ ਜਿੱਥੇ ਜਿੱਥੇ ਸਾਡੇ ਸਕੂਲ ਖੁੱਲ੍ਹੇ ਨੇ, ਐਜੂਕੇਸ਼ਨ ਦਾ ਜੋ ਲੈਵਲ ਹੈਗਾ ਉੱਥੇ ਦਾ ਰਾਈਜ਼ ਹੋ ਚੁੱਕਿਆ ਹੈ। ਕਿਉਂਕਿ ਕੰਪੀਟੀਸ਼ਨ ਜਿਹੜਾ ਹੈਗਾ, ਕੰਪੀਟੀਸ਼ਨ ਹੈਡ ਟੂ ਮੀਟ ਅਵਰ ਸਟੈਂਡਰਡਸ। ਜਿੱਥੇ ਵੀ ਸਕੂਲ ਖੁੱਲ੍ਹੇ ਨੇ, ਜਿਹੜੇ ਵੀ ਲੋਕਲ ਸਕੂਲਸ ਹੈਗੇ ਸਨ, ਪਹਿਲੇ ਤਾਂ ਉਹਦਾ ਕੰਮ ਐਵੇਂ ਚੱਲੀ ਜਾਂਦਾ ਸੀ, ਬਟ ਜਦ ਅਕਾਲ ਅਕੈਡਮੀ ਖੁੱਲ੍ਹ ਜਾਂਦੀ ਹੈ then they also have to raise their levels to meet the competition of Akal Academy. So ਇਹ probably indirectly ਬਹੁਤ ਵੱਡੀ contribution ਰਹੀ ਹੈ ਪੰਜਾਬ ਦੀ
ਐਕੈਡੈਮਿਕ ਕੁਆਲਿਟੀ ਦੇ ਵਿੱਚ। ਸਹੀ, ਇਹ ਮਤਲਬ ਬਹੁਤ ਵਧੀਆ ਗੱਲਾਂ ਦਾ ਦੌਰ ਚੱਲ ਰਿਹਾ। ਖੈਰ ਜੀ ਨਹੀਂ ਕਰ ਰਿਹਾ, ਪਰ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਦੌਰ ਇੱਦਾਂ ਹੀ ਜਾਰੀ ਰੱਖਾਂਗੇ। ਚੱਕ ਤੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਅਤੇ ਗੱਲਬਾਤ ਚੱਲ ਰਹੀ ਸੀ ਰਵਿੰਦਰਪਾਲ ਸਿੰਘ ਜੀ ਦੇ ਨਾਲ ਅਕਾਲ ਅਕੈਡਮੀ ਯੂਨੀਵਰਸਿਟੀ ਤੋਂ। ਅਤੇ ਰਵਿੰਦਰ ਜੀ, ਇੱਕ ਹੋਰ ਚੀਜ਼ ਕਿ ਟਰੱਸਟ ਜਿਹੜੇ ਨੇ ਬਹੁਤ ਖੁੱਲ੍ਹ ਗਏ ਆ ਹੁਣ ਜੀ। ਤਾਂ ਆਪਣਾ ਜਿਹੜਾ ਅਕਾਲ ਅਕੈਡਮੀ ਦਾ ਟਰੱਸਟ ਹੈ, ਸਾਡੇ ਲੋਕਾਂ ਦਾ ਤਾਂ ਖੈਰ ਇਹਦੇ ਉੱਤੇ ਅੰਨਾ ਟਰੱਸਟ ਹੈ, ਪਰ ਹੋਰ ਲੋਕ ਕਿਵੇਂ ਟਰੱਸਟ ਕਰਨ, ਇਸ ਬਾਰੇ ਜ਼ਰੂਰ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ। ਬਹੁਤ ਅੱਛਾ ਸਵਾਲ ਕੀਤਾ ਆਪ ਜੀ ਨੇ। 3 ਪ੍ਰੋਸੈਸਸ ਹੈਗੇ ਨੇ ਜੀ ਜਿਹੜੇ ਕਿ ਇੰਡੀਆ ਦੇ ਵਿੱਚ ਚੈਰਿਟੀਜ਼ ਉੱਤੇ ਇੰਪਲੀਮੈਂਟ ਹੁੰਦੇ ਨੇ। 1 ਇਜ਼ ਦਾ ਇੰਟਰਨਲ ਆਡਿਟ। ਸਾਡੀ ਆਪਣੀ ਇੰਟਰਨਲ ਆਡਿਟ ਦੀ ਟੀਮ ਹੈਗੀ ਹੈ ਜਿਹੜੀ ਕਿ ਸਾਰੇ ਸਕੂਲਾਂ ਦੇ ਵਿੱਚ ਔਰ ਸਾਰੇ ਸਾਡੇ ਜਿੰਨੇ ਸੈਂਟਰਸ ਹੈਗੇ ਨੇ ਸਾਰਿਆਂ ਨੂੰ ਫਾਈਨੈਂਸ਼ੀਅਲ ਆਡਿਟਸ ਕਰਦੇ ਨੇ। ਉਸ ਤੋਂ ਬਾਅਦ ਹੁੰਦਾ ਹੈਗਾ ਜਿਹੜਾ ਕਿ ਸਾਡਾ ਸਟੈਚੂਟਰੀ ਆਡਿਟਰ ਦੀ ਆਡਿਟ ਹੁੰਦੀ ਹੈਗੀ ਆ। ਦੇਰ ਇਜ਼ ਅ ਸਟੈਚੂਟਰੀ ਆਡਿਟਰ ਨੋਮੀਨੇਟਡ ਬਾਈ ਅਸ ਫॉर ਰਿਪਰੈਜ਼ੈਂਟਿੰਗ ਟੂ ਦ ਗਵਰਨਮੈਂਟ। ਉਹ ਫਿਰ ਸਟੈਚੂਟਰੀ ਆਡਿਟ ਕਰਦੇ ਨੇ। ਅਤੇ ਤੀਸਰਾ ਹੁੰਦਾ ਹੈਗਾ ਫਿਰ ਸਾਡੀ ਮਿਨਿਸਟਰੀ ਆਫ ਹੋਮ ਅਫੇਅਰਸ, ਉਹ ਆਡਿਟ ਕਰਦੀ ਹੈ। ਸ਼ਾਇਦ ਬਹੁਤਾ ਲੋਕਾਂ ਨੂੰ ਪਤਾ ਨਾ ਹੋਵੇ, ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਹੈਗਾ, ਜਿਹੜੇ ਵੀ ਟਰੱਸਟ ਬਾਹਰੋਂ ਪੈਸਾ ਮੰਗਾਉਂਦੇ ਨੇ ਯੂ ਕੈਨ ਗੈਟ ਮਨੀ ਓਨਲੀ ਥਰੂ ਦੈਟ ਅਕਾਊਂਟ। ਔਰ ਇੰਡੀਆ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਸਿਰਫ 16 ਅਕਾਊਂਟਸ ਨੇ ਐਂਡ ਆਰਜ਼ ਇਜ਼ ਦਾ ਲਾਰਜੈਸਟ ਅਕਾਊਂਟ FCRA ਦਾ। ਓਕੇ। ਸੋ ਓਬਵੀਅਸਲੀ ਵੀ ਕਮ ਅੰਡਰ ਦ ਸਕੈਨਰ ਆਫ ਹੋਮ ਅਫੇਅਰਸ, ਮਿਨਿਸਟਰੀ ਆਫ ਹੋਮ ਅਫੇਅਰਸ। ਉਹਨਾਂ ਨੂੰ ਇਸ ਚੀਜ਼ ਦੀ ਹੁੰਦੀ ਹੈ, ਫਿਕਰ ਹੁੰਦੀ ਹੈ ਕਿ ਵੀ ਕਿਧਰੇ ਹੌਟ ਮਨੀ ਜਾਂ ਕੋਈ ਫੰਡਸ ਦੂਸਰੇ ਨਾਲ ਆ ਰਹੇ ਹੋਣ ਜਿਹੜੇ ਕਿ ਅਨਟ੍ਰੇਸੇਬਲ ਹੋਣ। ਸੋ ਬਿਕੋਜ਼ ਆਫ ਵਿਚ ਵੀ ਆਰ ਆਡਿਟਡ ਬਾਈ ਦੈਮ। ਦੈਟ ਇਜ਼ ਵਨ। ਅਦਰ ਦੈਨ ਦਿਸ, ਲਾਸਟ ਈਅਰ ਅਸੀਂ ਇੱਕ ਇੰਟਰਨੈਸ਼ਨਲ ਸੰਸਥਾ ਹੈਗੀ ਹੈ ਕ੍ਰੈਡੀਬਿਲਿਟੀ ਅਲਾਇੰਸ, ਐਂਡ ਦਿਸ ਇਜ਼ ਫੰਡਡ ਬਾਈ ਦ ਫੋਰਡ ਫਾਊਂਡੇਸ਼ਨ USA। ਓਕੇ। ਉਹਨਾਂ ਦਾ ਜੋਬ ਹੈਗਾ ਹੈ ਕਿ ਥਰਡ ਪਾਰਟੀ ਨਾ ਸਿਰਫ ਫਾਈਨੈਂਸ਼ੀਅਲ ਬਟ ਕਿ ਸੋਸ਼ਲ ਆਡਿਟ ਕਰਦੇ ਨੇ ਕਿ ਤੁਸੀਂ ਜੋ ਕਲੇਮ ਕਰ ਰਹੇ ਹੋ ਕਿ ਸਾਡਾ ਇਹ ਇੰਪੈਕਟ ਹੋ ਰਿਹਾ ਹੈ, ਉਹ ਇੰਪੈਕਟ ਨੂੰ ਮੈਜ਼ਰ ਕਰਦੇ ਨੇ। ਸੋ ਮਤਲਬ they not only visit your books but they also visit your centers. Okay. So Credibility Alliance audited us last year. We offered ourselves for audit. ਔਰ ਕਮਿਊਨਿਟੀ ਦਾ ਪਹਿਲੀ ਕੋਈ ਆਰਗੇਨਾਈਜੇਸ਼ਨ ਸੀ ਜਿਹਨੇ ਕਿ ਆਪਣੇ ਆਪ ਨੂੰ ਆਡਿਟ ਵਾਸਤੇ ਆਫਰ ਕੀਤਾ, ਐਂਡ ਵਿਦ ਅਕਾਲ ਪੁਰਖਸ ਬਲੈਸਿੰਗਸ we got the accreditation from Credibility Alliance, and today we proudly say we are accredited by Credibility Alliance. It means a big thing because ਅਗਰ ਤੁਹਾਨੂੰ ਬਾਹਰ ਦੇ ਡੋਨਰਸ ਨੂੰ ਗੱਲ ਕਰਨੀ ਹੈ ਸਾਡੇ ਕਮਿਊਨਿਟੀ ਤੋਂ ਬਾਹਰ ਦੀ, ਦੇ ਵਿਲ ਇਮੀਡੀਏਟਲੀ ਸੇ ਵਾਟ ਇਜ਼ ਯੋਰ ਐਕ੍ਰੈਡੀਟੇਸ਼ਨ। ਉਹ ਬਿਨਾਂ ਉਹ ਐਕ੍ਰੈਡੀਟੇਸ਼ਨ ਦੀ ਗੱਲ ਨਹੀਂ ਕਰਦੇ। ਠੀਕ। ਸੋ Credibility Alliance is a large international credibility because of which we went for this, and this is a big stamp for any organization, ਔਰ ਆਪਣੀ ਕਮਿਊਨਿਟੀ ਦੇ ਵਿੱਚ ਪਹਿਲਾ ਆਰਗੇਨਾਈਜੇਸ਼ਨ ਹੈ ਜਿਹਨੂੰ ਇਹ ਮਾਨਤਾ ਮਿਲੀ ਹੈ। ਵਾਹ ਜੀ ਵਾਹ। ਸੋ ਮਤਲਬ ਇਕੱਲੇ ਆਰਥਿਕ ਤੌਰ ਦੇ ਉੱਤੇ ਨਹੀਂ, ਸਮਾਜਿਕ ਤੌਰ ਦੇ ਉੱਤੇ ਹੀ ਉਹ ਪੂਰਾ ਰਿਸਰਚ ਕਰਦੇ ਆ। ਐਗਜ਼ੈਕਟਲੀ। ਅਤੇ ਉਹਦੇ ਵਿੱਚ 3 ਮਹੀਨੇ ਲਗਾਏ ਜੀ ਉਹਨਾਂ ਨੇ ਟੂ ਆਡਿਟ ਅਸ। ਸੋ ਇਟ ਵਾਸ ਨਾਟ ਡਨ ਇਨ 10-15 ਡੇਜ਼, ਦੇ ਟੁਕ 3 months ਟੂ ਆਡਿਟ ਇਟ। ਦੈਟਸ ਵੈਰੀ ਬਿਗ ਪੀਰੀਅਡ ਹੈ। ਅਤੇ ਇਹਦੇ ਨਾਲ ਹੀ ਇੱਕ ਹੋਰ ਚੀਜ਼ ਕਿ ਚਲੋ ਇਹ ਬਾਹਰਲਿਆਂ ਨੇ ਆ ਕੇ ਸਾਨੂੰ ਆਡਿਟ ਕੀਤਾ ਜੀ। ਤੁਸੀਂ ਹੁਣ ਪੰਜਾਬ ਤੋਂ ਆਏ ਹੋ, ਉੱਥੋਂ ਦੇ ਤੁਹਾਡੇ ਜੇ ਆਡਿਟ ਕੀਤੇ ਜਾਣ ਤਾਂ ਕੀ ਹਾਲਾਤ ਚੱਲ ਰਹੇ ਨੇ? ਨਸ਼ਿਆਂ ਦੀ ਗੱਲ ਬਹੁਤ ਚੱਲਦੀ ਆ ਉੱਥੇ। ਪੰਜਾਬ ਦੇ ਜੋ ਹਾਲਾਤ ਨੇ ਨਸ਼ਿਆਂ ਨੂੰ ਲੈ ਕੇ, ਰੌਂਗਟੇ ਖੜੇ ਹੋ ਜਾਂਦੇ ਨੇ ਕਈ ਵਾਰ, ਮਤਲਬ ਦਰਦ ਬੜਾ ਹੁੰਦਾ ਹੈਗਾ ਇਸ ਗੱਲ ਨੂੰ ਦੇਖ ਕੇ। ਤਹਿਲਕਾ ਮੈਗਜ਼ੀਨ ਨੇ ਜਿਸ ਤਰ੍ਹਾਂ ਡਿਕਲੇਅਰ ਕਰਤਾ ਸੀ ਵੀ 2035 ਤੋਂ 2040 ਦੇ ਵਿੱਚ ਐਕਸਪਾਇਰੀ ਡੇਟ ਹੈ ਪੰਜਾਬ ਦੀ। ਸੋ ਆਈ ਕਾਲ ਦੈਮ ਅਪ ਕਿ ਬਈ ਤੁਸੀਂ ਇੰਨਾ ਸਟਰੋਂਗ ਸਟੇਟਮੈਂਟ ਦਿੱਤੀ ਹੈਗੀ ਹੈ, ਵਾਟ ਇਜ਼ ਦ ਲੌਜਿਕ ਬਿਹਾਈਂਡ ਇਟ? ਉਹਨਾਂ ਸੇ ਅਸੀਂ ਰਿਸਰਚ ਕੀਤੀ ਹੈਗੀ ਹੈ, 74% ਨੌਜਵਾਨ ਸਟੇਟ ਗਵਰਨਮੈਂਟ ਕਹਿੰਦੀ ਹੈ ਕਿ ਵੀ ਡਰੱਗ ਐਡਿਕਟ ਹੈਗੀ ਹੈ, ਤਾਂ ਸਟੇਟ ਗਵਰਨਮੈਂਟ ਇਹ ਵੀ ਐਡਮਿਟ ਕਰਦੀ ਹੈ ਕਿ 33% ਕੁੜੀਆਂ ਵੀ ਡਰੱਗ ਐਡਿਕਟ ਹੋ ਗਈਆਂ ਨੇ। ਕੁੜੀਆਂ ਵੀ। ਅਤੇ ਇਹਨਾਂ ਦੀ ਜਦ ਸੰਤਾਨਾਂ ਹੋਣਗੀਆਂ, ਉਹਨਾਂ ਦੀ ਜੋ ਜੈਨੇਟਿਕਲ ਬਿਹੇਵੀਅਰ ਚੇਂਜ ਹੋਏਗੀ, ਜੋ ਜੈਨੇਟਿਕਲ ਮਿਊਟੇਸ਼ਨਸ ਹੋਣਗੀਆਂ, DNA ਦੇ ਵਿੱਚ ਬਦਲਾਵ ਆਉਣਗੇ, ਗੋਡ ਨੋਸ ਕਿਸ ਟਾਈਪ ਦੀਆਂ
ਸਾਨੂੰ ਦਿੱਕਤਾਂ ਫੇਸ ਕਰਨੀਆਂ ਪਈਆਂ, ਬੇਸਡ ਆਫ ਵਿਚ ਦੇ ਹੈਡ ਡਿਕਲੇਅਰਡ ਕਿ ਪੰਜਾਬ ਦੀ ਐਕਸਪਾਇਰੀ ਡੇਟ ਹੋ ਜਾਏਗੀ। ਟ੍ਰਿਬਿਊਨ ਦੇ ਵਿੱਚ 6 ਜੂਨ 2014 ਨੂੰ ਵੈਨ ਵੀ ਵਰ ਹੀਅਰ, ਉਸ ਦੌਰਾਨ ਹੀ ਟ੍ਰਿਪ ਦੇ ਵਿੱਚ ਮੈਨੂੰ ਆਨਲਾਈਨ ਆਰਟੀਕਲ ਪੜ੍ਹਨ ਨੂੰ ਮਿਲਿਆ ਸੀ। ਇਟ ਵਾਸ ਸ਼ੌਕ, ਆਈ ਵਾਸ ਸ਼ੌਕਡ। ਦ ਕਾइंड ऑफ ਨਸ਼ੇ ਜਿਹੜੇ ਬੱਚੇ ਕਰ ਰਹੇ ਨੇ, ਇਟਸ ਸੋ ਪਰਵਰਸ ਔਰ ਇਤਨੇ ਘਿਨੌਨੇ ਨੇ ਕਿ ਕਹਿੰਦੇ ਹੋਏ ਮੈਨੂੰ ਮਤਲਬ ਸ਼ਰਮ ਆਉਂਦੀ ਹੈ। ਫਰੋਗ ਸਵੈਟ, ਲੇਜ਼ਰਡ ਟੇਲ, ਸੱਪ ਦੇ ਡੰਗ, ਜ਼ਹਿਰੀਲੇ ਸੱਪਾਂ ਦੇ ਡੰਗ, ਇਹੋ ਜਿਹੇ ਨਸ਼ੇ ਜਿਹੜੇ ਨੇ ਟ੍ਰਿਬਿਊਨ ਦੇ ਆਰਟੀਕਲ ਛਪਿਆ ਹੈਗਾ। ਔਰ ਇਹੋ ਜਿਹੇ ਨਸ਼ੇ ਜਿਹੜੇ ਬੱਚੇ ਕਰ ਰਹੇ ਨੇ, ਸੋ ਯੂ ਕੈਨ ਇਮੈਜਿਨ ਕਿ ਕਿਤਨੀ ਸਾਡੇ ਅੰਦਰ ਉਹਦੇ ਨਾਲ ਜੈਨੇਟਿਕਲ ਚੇਂਜਸ ਆ ਰਹੀਆਂ ਹੋਣਗੀਆਂ ਔਰ ਕੀ ਸਾਡੇ ਅੰਦਰ ਨੁਕਸਾਨ ਹੋਏਗਾ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ, ਉਹਦਾ ਅੰਦਾਜ਼ਾ ਅਸੀਂ ਲਾ ਨਹੀਂ ਪਾ ਰਹੇ। ਅੱਜ 60,000 ਕਰੋੜ ਦਾ ਵਪਾਰ ਹੋ ਚੁੱਕਿਆ ਹੈ ਨਸ਼ਿਆਂ ਦਾ ਪੰਜਾਬ ਦੇ ਵਿੱਚ। ਆਈ ਥਿੰਕ ਪੰਜਾਬ ਸਟੇਟ ਦੀ ਆਪਣੀ ਇਕਨੋਮੀ ਜਿਹੜੀ ਹੈ ਉਹ ਟੋਟਲ 16-17,000 ਕਰੋੜ ਦੀ ਰੈਵਨਿਊ ਹੈਗੀ ਹੈ, ਪਰ ਨਸ਼ਿਆਂ ਦੇ ਉੱਤੇ 60,000 ਕਰੋੜ ਦਾ ਵਪਾਰ ਹੋ ਰਿਹਾ। ਉਹ ਲਈ ਅਤੇ ਮੈਂ ਇੱਥੇ ਦੱਸ ਦੇਵਾਂ ਕਿ ਕਿਹੋ ਜਿਹੇ ਨਸ਼ੇ ਜਿਹੜੇ ਨੌਜਵਾਨਾਂ 'ਚ ਕਰ ਰਹੇ ਨੇ ਕਿ ਡੱਡੂ ਦਾ ਜਿਹੜਾ ਪਸੀਨਾ ਹੁੰਦਾ ਆ ਉਹਨੂੰ ਨਸ਼ੇ ਦੇ ਤੌਰ 'ਤੇ ਵਰਤਿਆ ਜਾ ਰਿਹਾ। ਛਿਪਕਲੀ ਦੀਆਂ ਜਿਹੜੀਆਂ ਪੂੰਛਾਂ ਨੇ ਉਹਨਾਂ ਨੂੰ ਨਸ਼ੇ ਦੇ ਤੌਰ 'ਤੇ ਵਰਤਿਆ ਜਾ ਰਿਹਾ। ਹੋਰ ਇਹੋ ਜਿਹੇ ਨਸ਼ੇ ਜਿਹੜੇ ਨੇ ਕੀ ਹਾਲਾਤ ਬਣਾਉਣਗੇ ਪੰਜਾਬ ਦੇ ਅੱਗੇ ਸਾਨੂੰ ਤਾਂ ਦੁੱਖ ਹੁੰਦਾ ਜੀ, ਸਾਡੀਆਂ ਜੜ੍ਹਾਂ ਉੱਥੇ ਨੇ ਔਰ ਉਹ ਗਲ ਰਹੀਆਂ ਨੇ। ਐਗਜ਼ੈਕਟਲੀ। ਪਰ ਇਹ ਵੀ ਨਾਲ ਛੋਟੀ ਜਿਹੀ ਖੁਸ਼ੀ ਜ਼ਰੂਰ ਹੁੰਦੀ ਹੈਗੀ ਹੈ ਕਿ 2013 ਦੇ ਵਿੱਚ ਪਹਿਲਾ ਸਾਲ ਸੀ ਅਕਾਲ ਅਕੈਡਮੀ ਦੇ ਬੱਚਿਆਂ ਦੀ ਰੈਗੂਲਰ ਐਂਟੀ ਡਰੱਗ ਰੈਲੀਜ਼ ਐਂਡ ਐਂਟੀ ਐਲਕੋਹਲ ਰੈਲੀਜ਼ ਕਰਕੇ ਅਤੇ ਲੋਕਲ ਪੰਚਾਇਤਾਂ ਨੂੰ ਮਿਲਣਾ ਕਰਕੇ 127 ਪਿੰਡਾਂ ਨੇ ਆਪਣੇ ਆਪ ਨੂੰ ਲਿਕਰ ਫ੍ਰੀ ਘੋਸ਼ਿਤ ਕੀਤਾ ਅੰਡਰ ਸੈਕਸ਼ਨ 40 ਆਫ ਦਾ ਪੰਚਾਇਤੀ ਰਾਜ ਐਕਟ। ਦੇ ਹੈਵ ਦ ਪਾਵਰਸ, ਡੋਂਟ ਡੂ ਇਟ, ਕਿਉਂਕਿ ਉਹਨਾਂ ਨੂੰ ਰੈਵਨਿਊ ਸ਼ੇਅਰ ਹੁੰਦਾ ਹੈਗਾ ਸਟੇਟ ਗੌਰਮੈਂਟ ਵੱਲੋਂ ਜਿੰਨੀ ਸ਼ਰਾਬ ਵਿਕਦੀ ਹੈ ਉਹਨਾਂ ਦੇ ਉੱਥੇ। ਅਤੇ ਇਸ 127 ਪਿੰਡਾਂ ਨੇ ਬਿਲਕੁਲ ਆਪਣੇ ਆਪ ਨੂੰ ਨਸ਼ਾ ਮੁਕਤ ਕਰ ਦਿੱਤਾ। ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇੱਕ ਅਚੀਵਮੈਂਟ ਸੀ। ਛੋਟੀ ਜਿਹੀ ਫਿਗਰ ਹੈਗੀ ਹੈ 12,278 ਪਿੰਡਾਂ ਵਿੱਚੋਂ, ਬਟ ਯੈਸ ਇੱਕ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਅਤੇ ਹੌਲੇ ਹੌਲੇ ਸ਼ਾਇਦ ਇਹ ਵਧੇਗੀ। ਬਿਲਕੁਲ ਜੀ, ਬਿਲਕੁਲ ਵਧੇਗੀ, ਕਿਉਂਕਿ ਜਿਹੜੀ ਅਨਪੜ੍ਹਤਾ ਹੈ ਉਹ ਇਸ ਦਾ ਸਭ ਤੋਂ ਵੱਡਾ ਕਾਰਨ ਸੀ ਜਿਹੜੀ ਕਿ ਇਹ ਚੀਜ਼ਾਂ ਇੰਨੀਆਂ ਵੱਧ ਰਹੀਆਂ ਸੀ। ਹੁਣ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਪਤਾ ਵਾ ਪਾਵਰ ਕੀ ਹੈ, ਕਿਉਂਕਿ ਸਾਡੇ ਲੋਕ ਤਾਂ ਇਹਨਾਂ ਚੀਜ਼ਾਂ 'ਚ ਉਲਝੇ ਹੋਏ ਸੀ। ਚਾਹੇ MP MLA ਸਰਪੰਚ ਜਿਹੜਾ ਮਰਜ਼ੀ ਆ ਜਾਵੇ, ਨਾਲੀਆਂ ਪੱਕੀਆਂ ਕਰਾ ਦਿਓ, ਇੱਕ ਡਿਮਾਂਡ ਜਿਹੜੀ ਹੈ ਨਾ ਜੀ, ਸੜਕਾਂ ਨਹੀਂ ਬਣ ਰਹੀਆਂ। ਹੁਣ ਜਿਹੜੇ ਪੜ੍ਹੇ ਲਿਖੇ ਲੋਕ ਨੇ ਜੇ ਉਹ ਆਉਣਗੇ ਅੱਗੇ, ਫਿਰ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਨੇ ਇੰਪਲੀਮੈਂਟ ਵੀ ਹੋਣਗੀਆਂ ਔਰ ਹਾਲਾਤ ਬਦਲਦੇ ਵੀ ਸਮੇਂ ਨਹੀਂ ਲੱਗਦਾ। ਜੇ ਆਪਾਂ ਕਹੀਏ ਕਿ ਹੁਣ ਜੇ ਸਾਡੀ ਲੀਡਰਸ਼ਿਪ ਇਹੋ ਜਿਹੀ ਆ ਕਿ ਮੈਂ ਇੱਕ ਦਿਨ ਪ੍ਰਕਾਸ਼ ਸਿੰਘ ਬਾਦਲ ਜੀ ਦਾ ਬਿਆਨ ਪੜ੍ਹ ਰਿਹਾ ਸੀ ਕਿ ਦਾਰੂ ਘਟਾਉਣੀ ਚਾਹੀਦੀ ਹੈ, ਬੀਅਰ ਵਧਾਉਣੀ ਚਾਹੀਦੀ ਹੈ। ਸੋ ਮਤਲਬ ਕਿਉਂ ਵਧਾਉਣੀ ਚਾਹੀਦੀ ਹੈ? ਇਹ ਚੀਜ਼ਾਂ ਤਾਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ, ਸਿਰਫ ਰੈਵਨਿਊ ਕਰਕੇ। ਐਗਜ਼ੈਕਟਲੀ। ਅਤੇ ਇਸ ਤੋਂ ਬਾਅਦ ਜੇ ਹੁਣ ਇਹਨਾਂ ਦੇ ਹਾਲਾਤਾਂ ਦੇ ਉੱਤੇ ਪਿੱਛੇ ਜੇ ਇੱਕ ਹੋਰ ਰਵਿੰਦਰਪਾਲ ਸਿੰਘ ਜੀ ਦੇ ਖਬਰ ਆਈ ਸੀਗੀ ਕਿ ਇਹਨਾਂ ਨੇ ਹੁਣ ਕਾਫੀ ਸਟ੍ਰਿਕਟ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਨੇ। ਅਗਰ ਲੈਣੇ ਸ਼ੁਰੂ ਕਰ ਦਿੱਤੇ ਨੇ, ਦੇ ਆਰ ਨਾਟ ਵਿਜ਼ੀਬਲ ਅਪ ਟਿਲ ਨਾਓ। ਵੀ ਰੀਅਲੀ ਪਲੀਡ ਵਿਦ ਐਵਰੀਬਡੀ, ਵਿਦ ਦ ਗੌਰਮੈਂਟ, ਵਿਦ ਆਲ ਦ ਬਿਊਰੋਕ੍ਰੇਸੀ ਕਿ ਟਾਈਮ ਆ ਚੁੱਕਿਆ ਹੈ ਕਿ ਉੱਤੇ ਐਕਸ਼ਨ ਲਿੱਤਾ ਜਾਏ। ਅਸੀਂ ਇਸ ਮੁੱਦੇ ਨੂੰ ਪਿਛਲੇ 4 ਸਾਲਾਂ ਤੋਂ ਕੂਕ ਰਹੇ ਹਾਂ। 2014 ਪਹਿਲਾ ਸਾਲ ਸੀ ਕਿ ਨੈਸ਼ਨਲ ਮੀਡੀਆ ਨੇ ਇਸ ਮੁੱਦੇ ਨੂੰ ਪਿਕ ਕਰਕੇ ਇਹਨੂੰ ਡਿਊਰਿੰਗ ਦ ਇਲੈਕਸ਼ਨ ਸਟੋਰੀਜ਼ ਕਵਰ ਕੀਤੀਆਂ। ਬਟ ਸਟੋਰੀਜ਼ ਕੀ ਕਵਰ ਕੀਤੀਆਂ? ਦ ਮੈਜਿਕ ਫਿਗਰ ਆਫ 272 ਮਕਬੂਲਪੁਰਾ ਦੀ ਸਟੋਰੀਜ਼ ਕਵਰ ਕੀਤੀਆਂ, ਜਿਹੜੀ ਕਿ ਹਰਿਮੰਦਰ ਸਾਹਿਬ ਤੋਂ ਸਿਰਫ 2.5 ਕਿਲੋਮੀਟਰ ਦੀ ਦੂਰੀ 'ਤੇ ਹੈ, ਜਿੱਥੇ 272 ਵਿਧਵਾਵਾਂ ਰਹਿੰਦੀਆਂ ਨੇ, ਆਲ ਹਸਬੈਂਡਸ ਲੋਸਟ ਟੂ ਡਰੱਗਸ। ਸੋ ਸ਼ੇਮ ਔਨ ਅਸ ਕਿ ਬਈ ਸਾਡੀ ਇਹੋ ਜਿਹੀ ਸਟੋਰੀਜ਼ ਕਵਰ ਹੋਈਆਂ ਨੇ ਡਿਊਰਿੰਗ। ਮੈਂ ਸੋਚ ਰਿਹਾ ਸੀ 272 ਸੀਟਾਂ ਦੀ ਗੱਲ ਕਰ ਰਹੇ ਨੇ, ਬਟ ਵੈਨ ਆਈ ਰੈਡ ਦ ਸਟੋਰੀ ਇਟ ਵਾਸ ਦੇ ਵਰ ਟਾਕਿੰਗ। ਐਂਡ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਟਾਈਮਸ ਆਫ ਇੰਡੀਆ, ਹਿੰਦੁਸਤਾਨ ਟਾਈਮਸ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਸਭ ਨੇ ਸਟੋਰੀਜ਼ ਕਵਰ ਕੀਤੀਆਂ ਨੇ। ਅਤੇ ਇਹ ਸਟੋਰੀਜ਼ ਬਿਲਕੁਲ ਨਾਲ ਬੈਠੇ ਜਿਹੜੇ ਆਪਣੇ ਪੋਲੀਟੀਸ਼ੀਅਨ ਨੇ ਉਹਨਾਂ ਤੱਕ ਨਹੀਂ ਪਹੁੰਚਦੀਆਂ। ਆਈ ਥਿੰਕ ਦੇ ਸ਼ੁੱਡ ਫੀਲ ਦ ਹੀਟ ਨਾਓ। ਇਟ ਇਜ਼ ਟਾਈਮ ਦੈਟ ਦੇ ਟੇਕ ਐਕਸ਼ਨ। ਅਗਰ ਨਹੀਂ ਕੀਤਾ ਤਾਂ ਸ਼ਾਇਦ ਜਨਤਾ ਦੇ ਵਿੱਚ ਬਹੁਤ ਆਕਰੋਸ਼ ਹੈਗਾ ਇਸ ਗੱਲ ਨੂੰ ਲੈ ਕੇ। ਜਿਨ੍ਹਾਂ ਦੇ ਬੱਚੇ ਸਵਾਹ ਹੋ ਰਹੇ ਨੇ ਰੋਜ਼, ਸ਼ਹੀਦ ਹੋ ਰਹੇ ਨੇ ਰੋਜ਼ ਇਹਨਾਂ ਚੀਜ਼ਾਂ ਨੂੰ, ਉਹਨਾਂ ਦੇ ਵਿੱਚ ਇਸ ਗੱਲ ਦਾ ਬਹੁਤ ਗੁੱਸਾ ਹੈ ਔਰ ਆਕਰੋਸ਼ ਦੇਖਣ ਨੂੰ ਵੀ ਮਿਲ ਰਿਹਾ। ਪੰਜਾਬ ਜਿਹੜਾ ਚੇਂਜ ਚਾਹੁੰਦਾ ਵੀ ਆ ਔਰ ਮੈਂ ਕਹਿੰਦਾ ਕਿ ਤੁਸੀਂ ਜਿਹੜੀ ਮੁਹਿੰਮ ਚਲਾਈ ਆ ਉਹ ਵੀ ਚੇਂਜ ਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੀ ਹੈ। ਜ਼ਰੂਰ ਇਹਨੂੰ ਜਾਰੀ ਰੱਖੋ। ਜ਼ਰੂਰ ਜੀ। ਅਤੇ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਫਸਟ ਸਟੈਪ ਤੋਂ, ਜਿਹੜਾ ਕਿ ਸੰਗਤਾਂ ਨੇ ਜਿੰਨਾ ਹਿੱਸਾ ਪਾਇਆ ਔਰ ਤੁਸੀਂ ਜਿਹੜਾ ਉੱਦਮ ਖਾਸ ਕੀਤਾ ਉਸ ਕਰਕੇ ਪੂਰਾ ਹੋ ਚੁੱਕਿਆ ਵਾ ਜੀ। ਅਤੇ ਹੁਣ ਦੂਜੇ ਸਟੈਪ ਦੀ ਗੱਲ ਕਰੀਏ ਕਿ ਉਹਦੇ ਵਾਸਤੇ ਆਪਾਂ ਕਿੱਥੇ ਪਹੁੰਚ ਗਏ ਹਾਂ, ਕਿੱਥੇ ਪਹੁੰਚਣਾ, ਔਰ ਉਹਦੇ ਵਿੱਚ ਜਿਹੜੇ ਸਾਡੇ ਦਰਸ਼ਕ ਨੇ ਜਾਂ ਸਿੱਖ ਸੰਗਤਾਂ ਨੇ ਨਾਰਥ ਅਮਰੀਕਾ ਦੀਆਂ, ਉਹ ਕਿੱਦਾਂ ਹਿੱਸਾ ਪਾ ਸਕਦੀਆਂ ਨੇ? ਮੈਨੂੰ ਤਾਂ ਇੱਕ ਗੱਲ ਪੱਕੀ ਹੈ ਜੀ ਕਿ ਗੁਰੂ ਸਾਹਿਬ ਦੇ ਬਚਨ ਪੂਰੇ ਹੋਣੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਦੇਰ ਇਜ਼ ਨੋ ਡਾਊਟ ਅਬਾਊਟ ਇਟ।
ਇਹ ਤੇ ਸਾਡੀ ਆਪਣੀ ਖੁਸ਼ਕਿਸਮਤੀ ਹੈ ਕਿ ਸਾਡੇ ਜੀਵਨ ਕਾਲ ਦੇ ਵਿੱਚ ਸਾਨੂੰ ਮੌਕਾ ਮਿਲ ਗਿਆ ਗੁਰੂ ਸਾਹਿਬ ਦੇ ਬਚਨ ਪੂਰੇ ਕਰਨ ਲਈ, ਕਿਸੇ ਨਾ ਕਿਸੇ ਤਰੀਕੇ ਦੀ ਅਸੀਂ ਕਹਿ ਸਕਦੇ ਹਾਂ ਭੇਟਾ ਦੇਣ ਲਈ। ਸਹੀ। ਅਸੀਂ ਦਾਮ ਨਹੀਂ ਦੇ ਸਕਦੇ, ਅਸੀਂ ਭੇਟਾ ਹੀ ਦੇ ਸਕਦੇ ਹਾਂ। ਸੋ ਸਾਡੀ ਦਸਵੰਧ ਦੀ ਕਮਾਈ ਅਗਰ ਗੁਰੂ ਸਾਹਿਬ ਦੇ ਬਚਨ ਪੂਰੇ ਕਰਨ ਲਈ ਲੱਗੀ, ਆਈ ਥਿੰਕ ਸਾਡੇ ਤੋਂ ਜ਼ਿਆਦਾ ਫੋਰਚੂਨੇਟ ਕੋਈ ਨਹੀਂ ਹੋ ਸਕਦਾ। ਹੁਣ ਸੈਕੰਡ ਸਟੇਜ ਦੇ ਵਿੱਚ ਸਾਨੂੰ $25 ਮਿਲੀਅਨ ਦੀ ਫੰਡਿੰਗ ਦੀ ਲੋੜ ਹੈਗੀ ਹੈ। ਬੈਂਕ ਦੇ ਲੋਨਸ ਅਸੀਂ ਇੱਕ ਲਿਮਿਟ ਤੱਕ ਲੈ ਸਕਦੇ ਹਾਂ, ਬਿਯੋਂਡ ਅ ਲਿਮਿਟ ਅਸੀਂ ਬੈਂਕਸ ਤੋਂ ਬੋਰੋ ਨਹੀਂ ਕਰ ਸਕਦੇ। ਦੇਰ ਆਰ ਲੋਟ ਮੈਨੀ ਕੰਟਰੋਲਸ ਅਬਾਊਟ ਇਟ। ਪਰ ਇਹ ਸਾਡੇ ਕੋਲ ਇੱਕ ਗੁੱਡ ਪੁਆਇੰਟ ਹੈਗਾ ਕਿ ਅਗਲੇ 4 ਸਾਲਾਂ 'ਚ ਸਾਨੂੰ ਇਹ ਫੰਡਿੰਗ ਜਿਹੜੀ ਹੈ ਚਾਹੀਦੀ ਹੈਗੀ ਹੈ ਇਨ ਫੇਜ਼ਸ। ਅਤੇ ਅਸੀਂ ਐਕਸਪੈਕਟ ਕਰਦੇ ਹਾਂ ਸਾਰੀ ਸੰਗਤਾਂ ਦਾ, ਖਾਸ ਕਰਕੇ ਕੈਲਗਰੀ ਸੰਗਤਾਂ ਦਾ, ਜਿਸ ਤਰ੍ਹਾਂ ਸਹਿਯੋਗ, ਜਿਸ ਤਰ੍ਹਾਂ ਦਾ ਪਿਆਰ ਆਪ ਜੀ ਨੇ ਸਾਨੂੰ ਦਿੱਤਾ ਹੈਗਾ ਪਾਸਟ ਵਿੱਚ, ਔਰ ਖਾਸ ਕਰਕੇ ਇਸ ਪਹਿਲੇ ਚਰਨ ਨੂੰ ਪੂਰਾ ਕਰਨ ਲਈ ਸਾਡੇ ਨਾਲ ਮੋਢੇ ਤੋਂ ਮੋਢਾ ਮਿਲਾ ਕੇ ਅਗਲੇ ਚਰਨ ਨੂੰ ਵੀ ਪੂਰਾ ਕਰਨ ਲਈ ਜ਼ਰੂਰ ਸਹਿਯੋਗ ਦਿਓ। ਗੁਰੂ ਸਾਹਿਬ ਦੇ ਬਚਨ ਪੂਰੇ ਹੋ ਜਾਣ, ਬਾਬਾ ਇਕਬਾਲ ਸਿੰਘ ਜੀ ਦਾ ਸੁਪਨਾ ਪੂਰਾ ਹੋ ਜਾਏ। ਔਰ ਹਾਂ, ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ, ਬੜੂ ਸਾਹਿਬ ਦੀ ਐਜ਼ ਅ ਸੰਸਥਾ ਜੋ ਰੋਲ ਡਿਫਾਈਨਡ ਹੈਗੇ ਨੇ, ਉਹ ਪ੍ਰੋਬੇਬਲੀ ਹੁਣ ਲਾਰਜਰ ਡੋਮੇਨ ਏਰੀਆ 'ਚ ਆ ਗਿਆ। ਪਹਿਲੇ ਅਸੀਂ ਆਪਣੇ ਆਪ ਨੂੰ ਪੰਜਾਬ, ਫਿਰ ਨਾਰਥ ਏਰੀਆ ਦੇ ਵਿੱਚ, ਨਾਰਥ ਇੰਡੀਆ ਦੇ ਏਰੀਆ ਦੇ ਵਿੱਚ ਰਿਸਟ੍ਰਿਕਟ ਕਰ ਲਿਆ ਸੀ ਕਿ ਅਸੀਂ ਇੱਥੇ ਪਿੰਡਾਂ ਦੇ ਬੱਚਿਆਂ ਨੂੰ ਬਚਾਈਏ। ਹੁਣ ਇਹ ਡੋਮੇਨ ਜਿਹੜਾ ਵੱਡਾ ਹੋ ਗਿਆ, ਹੁਣ ਵਰਲਡ ਵਾਈਡ ਹੋ ਗਿਆ। ਓਕੇ। ਹੁਣ ਅਸੀਂ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੈਸੇਜ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇ, ਸੋ ਦੈਟ ਪੀਪਲ ਸ਼ੁੱਡ ਨੋ ਕਿ ਇਹ ਸਿਖਾ ਰਿਹਾ। ਉਹਨਾਂ ਦਾ ਸਿਰ ਰਿਸਪੈਕਟ ਨਾਲ ਝੁਕ ਜਾਏ ਕਿ ਇਹ ਸਿਖਾ ਰਿਹਾ, ਨਾ ਕਿ ਸਾਨੂੰ ਨਸ਼ੇੜੀ, ਨਾ ਕਿ ਸਾਨੂੰ ਸ਼ਰਾਬੀ, ਨਾ ਕਿ ਸਾਨੂੰ ਕਬਾਬੀ। ਇੰਡੀਆ ਦੇ ਇੱਕ ਮਜ਼ਾਕ ਬਣੀ ਹੋਈ ਹੈਗੀ ਹੈ ਕਿ ਦ ਨੈਸ਼ਨਲ ਬਰਡ ਆਫ ਸਿੱਖਸ ਇਜ਼ ਤੰਦੂਰੀ ਚਿਕਨ। ਆਈ ਮੀਨ ਦਿਸ ਇਜ਼ ਦ ਕਾਈਂਡ ਆਫ ਜੋਕਸ ਦੈਟ ਵੀ ਲਿਸਨ ਟੂ। ਸਹੀ। So we should be known for good things. We should be known as people who have wisdom, who actually sacrifice for others, ਜੋ ਸਾਡੇ ਗੁਰੂ ਸਾਹਿਬਾਂ ਨੇ ਕੀਤੀ ਹੈਗੀ ਹੈ। ਦੂਸਰਿਆਂ ਨੂੰ ਪ੍ਰੋਟੈਕਟਿਵ ਅਸੀਂ ਐਜ਼ ਅ ਕਮਿਊਨਿਟੀ ਸ਼ੋਅ ਕਰੀਏ ਕਿ ਵੀ ਆਰ ਵੈਰੀ ਪ੍ਰੋਟੈਕਟਿਵ ਪੀਪਲ। ਅਸੀਂ ਦੂਸਰਿਆਂ ਨੂੰ ਬਚਾਉਂਦੇ ਹਾਂ, ਲੋਕਾਂ ਦੀ ਧੀਆਂ ਭੈਣਾਂ ਨੂੰ ਬਚਾਉਂਦੇ ਹਾਂ, ਨਾ ਕਿ ਅਸੀਂ ਛੇੜਦੇ ਹਾਂ। ਸਹੀ। ਲੋਕਾਂ ਨੂੰ ਸੇਫ ਫੀਲ। This is what we should be known as a community to the world, and this is what our desire is. ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਕਿ ਆਪਣਾ ਜਿਹੜਾ ਸੰਦੇਸ਼ ਛੁਪੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਦ ਤੱਕ ਉਹ ਅਸੀਂ ਸਮਝਾਂਗੇ ਨਹੀਂ, ਉਹ ਅਸੀਂ ਅੱਗੇ ਪ੍ਰਚਾਰਾਂਗੇ ਨਹੀਂ, ਤਦ ਤੱਕ ਸਾਡਾ ਇਹੀ ਹਾਲ ਰਹਿਣਾ ਵਾ। ਇਹ ਜਿਹੜੇ ਚੁਟਕਲੇ ਜਿਵੇਂ ਤੁਸੀਂ ਸੁਣਾ ਰਹੇ ਹੋ, ਇਹੀ ਇਹਨਾਂ ਦੇ ਉੱਤੇ ਹੀ ਸਾਰੀ ਜ਼ਿੰਦਗੀ ਨਿਕਲ ਜਾਣੀ ਹੈ ਜੇ ਸਹੀ ਰਾਹ ਨਾ ਪਏ। ਹੁਣ ਵੀ ਜੋ ਹਾਲਾਤ ਪੰਜਾਬ ਦੇ ਨੇ, ਔਰ ਜੇ ਅਸੀਂ ਉਰੇ ਪੰਜਾਬ ਤੋਂ ਆ ਸਕਦੇ ਹਾਂ, ਉਹ ਹਾਲਾਤ ਵੀ ਉਰੇ ਆ ਸਕਦੇ ਨੇ। ਸੋ ਆਪਾਂ ਨੂੰ ਸਾਂਭਣਾ ਚਾਹੀਦਾ ਵਾ ਆਪਣਾ ਵੇਲਾ, ਆਪਣੇ ਜਵਾਕਾਂ ਨੂੰ। ਅਤੇ ਬਹੁਤ ਜਿਹੜੀ ਗੱਲਾਂ ਦਾ ਦੌਰ ਜਿਹੜਾ ਸੀਗਾ, ਅਤੇ ਜਾਂਦੇ ਜਾਂਦੇ ਜ਼ਰੂਰ ਇੱਕ ਮੈਸੇਜ ਜਿਹੜਾ ਸਾਰੀ ਸੰਗਤਾਂ ਨੂੰ, ਜਿਨ੍ਹਾਂ ਨੇ ਮੋਹ ਪਿਆਰ ਵੀ ਦਿਖਾਇਆ ਵਾ, ਆਪਣਾ ਹਿੱਸਾ ਪਾਇਆ ਵਾ। ਮੈਨੂੰ 2 ਗੱਲਾਂ ਧਿਆਨ ਆ ਰਹੀਆਂ ਨੇ। ਬਿਲਕੁਲ ਜੀ। ਜਦ ਇਹ ਪ੍ਰੋਜੈਕਟ ਕੰਸੈਪਚੁਅਲਾਈਜ਼ ਹੋਇਆ ਸੀ ਅਤੇ ਬਾਬਾ ਇਕਬਾਲ ਸਿੰਘ ਜੀ ਨੇ ਇੱਕ ਸੈਂਟੈਂਸ ਕਿਹਾ ਸੀ ਜਿਹੜਾ ਮੈਂ ਭੁੱਲ ਨਹੀਂ ਸਕਦਾ। ਉਹਨੇ ਕਿਹਾ, ਕਾਕਾ ਆਪਣੇ ਜੀਂਦੇ ਜੀ, ਆਪਣੇ ਸਵਾਸਾਂ 'ਤੇ ਰਹਿੰਦੇ ਹੋਏ ਮੈਂ ਇਸ ਪ੍ਰੋਜੈਕਟ ਨੂੰ ਕਲਮੀਨੇਟ ਕਰਕੇ ਗੌਰਮੈਂਟ ਤੋਂ ਮਾਨਿਅਤਾ ਪ੍ਰਾਪਤ ਕਰਕੇ ਅਤੇ ਦੇਖਣਾ ਚਾਹੁੰਦਾ ਵਾਂ। ਦੈਟ ਇਜ਼ ਵਨ। ਦੂਸਰਾ, ਬਾਬਾ ਜੀ ਦਾ ਸੰਦੇਸ਼ ਜੋ ਹਮੇਸ਼ਾ ਲਈ ਇਸ ਪ੍ਰੋਜੈਕਟ ਲਈ ਹੈਗਾ ਕਿ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈਗਾ ਇਸ ਆਪਣਾ ਦਸਵੰਧ ਜਿਹੜਾ ਹੈ ਗੁਰੂ ਸਾਹਿਬ ਦੇ ਬਚਨ ਨੂੰ ਪੂਰਾ ਕਰਨ ਲਈ ਗੁਰੂ ਕੀ ਕਾਸ਼ੀ ਪ੍ਰੋਜੈਕਟ ਵਿੱਚ ਜ਼ਰੂਰ ਪਾਈਏ, ਕਿਉਂਕਿ ਸਾਡਾ ਸੁਭਾਗ ਹੈ ਕਿ ਸਾਡੇ ਜੀਵਨ ਕਾਲ ਦੇ ਵਿੱਚ ਇਹ ਮੌਕਾ ਸਾਨੂੰ ਮਿਲ ਰਿਹਾ ਹੈਗਾ। ਜੋ ਗੁਰੂ ਸਾਹਿਬ ਨੇ ਸਰਬੰਸਦਾਨੀ ਨੇ ਜੋ ਸਾਡੇ ਵਾਸਤੇ ਕੀਤਾ, ਜੋ ਕੁਰਬਾਨੀਆਂ ਕੀਤੀਆਂ, ਉਹ ਅਸੀਂ ਤਾਂ ਲਾ ਨਹੀਂ ਸਕਦੇ। ਦਿਸ ਇਜ਼ ਦ ਲੀਸਟ ਐਂਡ ਦ ਮਿਨੀਮਮ ਦੈਟ ਵੀ ਕੈਨ ਡੂ ਕਿ ਅਸੀਂ ਆਪਣਾ ਦਸਵੰਧ ਜਿਹੜਾ ਹੈਗਾ ਗੁਰੂ ਸਾਹਿਬ ਦੇ ਬਚਨ ਪੂਰੇ ਕਰਨ ਲਈ ਪਾਈਏ। ਅਤੇ ਜਿਹੜੀ ਵੈਬਸਾਈਟ ਆਪਣੀ ਅਕਾਲ ਅਕੈਡਮੀ ਦੀ ਹੈਗੀ ਆ ਜੀ, ਔਰ ਕਿੱਦਾਂ ਇਹ ਡੋਨੇਟ ਕਰ ਸਕਦੇ, ਖਾਸ ਕਰਕੇ ਨਾਰਥ ਅਮਰੀਕਾ ਦੇ ਲੋਕ? ਨਾਰਥ ਅਮਰੀਕਨ ਦੀ ਸੰਗਤ ਜਿਹੜੀ ਹੈਗੀ ਹੈ, ਔਨਲਾਈਨ ਸਾਡੀ ਵੈਬਸਾਈਟ ਹੈਗੀ ਹੈ badusaheb.org, www.badusaheb.org। ਉਹਦੇ 'ਚ ਡੋਨੇਟ ਨਾਓ ਦਾ ਬਟਨ, ਔਰ ਦੈਨ US, ਕੈਨੇਡਾ, ਉਹਦੀ ਸੰਗਤ ਲਈ ਅਲੱਗ ਬਣੇ ਹੋਏ ਨੇ ਡੋਮੇਨਸ, ਜਿਹਦੇ 'ਚ ਕਲਿੱਕ ਕਰਕੇ ਆਪ ਜੀ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕਰ ਸਕਦੇ ਹੋ। ਲੋਕਲ ਸਾਡੇ ਇੱਥੇ ਸੇਵਾਦਾਰ ਹੈਗੇ ਨੇ, ਹਰਪ੍ਰੀਤ ਸਿੰਘ ਧਾਲੀਵਾਲ, ਆਪ ਜੀ ਉਹਨਾਂ ਨੂੰ ਕਾਲ ਕਰ ਸਕਦੇ ਹੋ। ਅਮਰਪ੍ਰੀਤ ਸਿੰਘ, ਕਲੀਅਰ ਕਸਟਮਸ ਹੋਮ, ਅਵਤਾਰ ਸਿੰਘ, ਕਲੀਅਰ ਕਸਟਮ ਹੋਮਸ, ਇਹਨਾਂ ਨੂੰ ਆਪ ਜੀ ਕਾਲ ਕਰ ਸਕਦੇ ਹੋ, ਔਰ ਮਾਇਆ ਜਾਂ ਚੈੱਕਸ ਆਪ ਜੀ ਉਹਨਾਂ ਨੂੰ ਦੇ ਸਕਦੇ ਹੋ। ਟੈਕਸ ਐਗਜ਼ੈਂਪਟ ਰਸੀਦਾਂ ਆਪ ਜੀ ਨੂੰ ਡਿਲੀਵਰ ਕੀਤੀਆਂ ਜਾਣਗੀਆਂ। ਠੀਕ ਜੀ। ਅਤੇ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਵਧੀਆ ਲੱਗਿਆ। ਕੁਝ ਪੰਜਾਬ ਦੇ ਮਾੜੇ ਹਾਲ ਜਿਹੜੇ ਸੀਗੇ, ਅਤੇ ਕੁਛ ਜਿਹੜੇ ਪੰਜਾਬ ਦੇ ਵਧੀਆ ਹਾਲ ਜਿਹੜੇ ਆਉਣ ਵਾਲੇ ਨੇ, ਰੱਬ ਕਰੇ ਕਿ ਅਸੀਂ ਇਕੱਠੇ ਬਹਿ ਕੇ ਉੱਥੇ ਵਧੀਆ ਮਾਹੌਲ ਮਾਣੀਏ। ਐਗਜ਼ੈਕਟਲੀ। ਅਤੇ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਅਤੇ ਜ਼ਰੂਰ ਕੈਲਗਰੀ ਦੀ ਸੰਗਤ ਵਾਸਤੇ ਤੁਸੀਂ ਮਤਲਬ ਆਉਂਦੇ ਜਾਂਦੇ ਹੀ ਰਿਹਾ ਕਰੋ। ਮੈਂ ਜ਼ਰੂਰ ਜੀ, ਸਾਡਾ ਸੁਭਾਗ ਹੈ ਜੀ, ਅਸੀਂ ਕੈਲਗਰੀ ਦੀ ਸੰਗਤ ਦੇ ਦਰਸ਼ਨ ਕੀਤੇ
ਤੇ ਇਹਨਾਂ ਦਾ ਪਿਆਰ ਮਾਣਿਆ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।